ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਦਿੱਤੇ ਸੰਗ ਮਹਿ ਸੁਪਟ ਹੁਤੇ ਜਿਸ ਥਾਨ ਹਾਥ ਜੋਰ ਬੋਲੇ ਸਕਲ ਗੁਰ ਸੁਤ ਸੁਨਹੁ ਸੁਜਾਨ ਸ੍ਰੀ ਗੁਰ ਦਿੱਤੇ ਸੰਗ ਮਹਿ ਸੁਪਟ ਹੁਤੇ ਤਿਸ ਥਾਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਸੁਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਸਮਰੱਥ ਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਹਜੂਰ ਮਹਾਰਾਜ ਗਰੀਬ ਨਵਾਜ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸੁਭਾਏਮਾਨ ਹਨ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਬਾਬਾ ਜੀ ਬਹੁਤ ਪ੍ਰਸੰਨ ਹੋਏ ਹੈ। ਸਾਉਣ ਅਤੇ ਭਾਦਰੋਂ ਦਾ ਮਹੀਨਾ ਜਿਹੜਾ ਹੈ ਉਹ ਬਤੀਤ ਹੋਇਆ। ਸਤਿਗੁਰੂ ਜੀ ਨੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੁਣਦਿਆਂ ਸੰਗਤਾਂ ਨੂੰ ਦਰਸ਼ਨ ਦੇ ਦੇ ਕੇ ਸਾਉਣ ਦਾ ਮਹੀਨਾ ਅਤੇ ਭਾਦਰੋਂ ਦਾ ਮਹੀਨਾ ਸਫਲਾ ਕੀਤਾ। ਉਹਦੇ ਤੋਂ ਬਾਅਦ ਵਰਖਾ ਰੁੱਤ ਦੀ ਜਦੋਂ ਸਮਾਪਤੀ ਹੋਈ ਹੈ ਬਾਬਾ ਗੁਰਦਿੱਤਾ ਜੀ ਕੁਝ ਸੂਰਮਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਗਏ ਹੈ। ਸਾਰੀ ਦਿਹਾੜੀ ਸ਼ਿਕਾਰ ਖੇਡਦੇ ਰਹੇ ਹੈ ਪਰ ਉਸ ਦਿਨ ਗੱਲ ਬਣੀ ਨਹੀਂ ਹੈ। ਬਾਬਾ ਗੁਰਦਿੱਤਾ ਜੀ ਦੇ ਨਾਲ ਹੀ ਇੱਕ ਸਵਾਰ ਸੀਗਾ। ਉਹਨੇ ਸੰਘਣੇ ਰੁੱਖਾਂ ਦੇ ਵਿੱਚ ਸੰਘਣੇ ਪੱਤਿਆਂ ਦੇ ਵਿੱਚ ਇੱਕ ਗਾਂ ਦੇਖੀ ਹੈ। ਜਦੋਂ ਉਹਨੇ ਗਾਂ ਦੇਖੀ ਉਹ ਪਛਾਣ ਨਾ ਸਕਿਆ ਵੀ ਇਹ ਜੀਵ ਕਿਹੜਾ ਵਿੱਚ ਹੈ। ਉਹਨੇ ਸੋਚਿਆ ਵੀ ਕੋਈ ਸਿੰਘਾਂ ਵਾਲਾ ਜੀਵ ਹੈ। ਸਾਧ ਸੰਗਤ ਜੀ ਉਹਨੇ ਗੋਲੀ ਚਲਾਈ ਹੈ। ਗਾਂ ਦੇ ਮੱਥੇ 'ਤੇ ਜਾ ਕੇ ਗੋਲੀ ਵੱਜੀ। ਜਦੋਂ ਉਸ ਗਾਂ ਦੇ ਗੋਲੀ ਵੱਜੀ ਤੇ ਗਾਂ ਤੜਪਦੀ ਹੋਈ ਮਰ ਗਈ।
ਇੱਧਰੋਂ ਗਾਂ ਮਰੀ ਹੈ, ਉਧਰੋਂ ਅਸਵਾਰ ਸਿੱਖ ਜਿਹੜਾ ਹੈ, ਉਹ ਵੇਖਣ ਗਿਆ ਵੀ ਕਿਹੜਾ ਜਾਨਵਰ ਹੈ ਜਿਹਦਾ ਸ਼ਿਕਾਰ ਹੋਇਆ। ਤੇ ਸਾਧ ਸੰਗਤ ਜੀ ਉਧਰੋਂ ਉਸ ਗਾਂ ਨੂੰ ਚਰਵਾਉਣ ਵਾਲਾ ਜਿਹੜਾ ਸੀ ਨਾ ਚਰਵਾਹਾ, ਉਹ ਉੱਥੇ ਪਹੁੰਚ ਗਿਆ। ਜਦੋਂ ਉਸ ਚਰਵਾਹੇ ਨੇ ਵੇਖਿਆ ਗਾਂ ਮਾਰ ਦਿੱਤੀ ਹੈ, ਤੇ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਸਾਡੇ ਭਾਰਤ ਵਰਸ਼ ਦੀ ਧਰਤੀ ਤੇ, ਚਲੋ ਗੁਰੂ ਘਰ ਵਿੱਚ ਐਸੀ ਗੱਲ ਨਹੀਂ ਹੈ, ਪਰ ਭਾਰਤ ਵਰਸ਼ ਦੀ ਧਰਤੀ ਤੇ ਗਾਂ ਨੂੰ ਲੋਕ ਮਾਂ ਦਾ ਦਰਜਾ ਦਿੰਦੇ ਹੈ। ਜਦੋਂ ਗਾਂ ਮਾਰੀ ਨਾ ਜੀ, ਤੇ ਉਹਨੇ ਬਹੁਤ ਜ਼ਿਆਦਾ ਰੌਲਾ ਪਾਇਆ, ਹੋਰ ਪਹਾੜੀਏ ਇਕੱਠੇ ਹੋ ਗਏ। ਉਸ ਸਵਾਰ ਦਾ ਘੋੜਾ ਵੀ ਬੰਨ੍ਹ ਲਿਆ ਤੇ ਉਸ ਸਵਾਰ ਨੂੰ ਵੀ ਬੰਨ੍ਹ ਲਿਆ ਵੀ ਜਾਂ ਤੇ ਸਾਨੂੰ ਗਾਂ ਦੇ। ਉਹਨਾਂ ਚਿਰ ਨੂੰ ਰੌਲਾ ਸੁਣ ਕੇ ਬਾਬਾ ਗੁਰਦਿੱਤਾ ਜੀ ਉੱਥੇ ਪਹੁੰਚੇ ਆ। ਬਾਬਾ ਜੀ ਆਪ ਦੇ ਘੋੜੇ ਤੋਂ ਉਤਰੇ ਆ। ਬਾਬਾ ਜੀ ਨੇ ਪਹਾੜੀ ਲੋਕਾਂ ਨੂੰ ਆਖਿਆ ਹੈ ਕਿ ਇਸ ਸਿੱਖ ਕੋਲੋਂ ਗਾਂ ਜਾਣ ਬੁੱਝ ਕੇ ਨਹੀਂ ਇਹਨੇ ਮਾਰੀ, ਇਹਦੇ ਕੋਲ ਭੁਲੇਖੇ ਨਾ ਮਰ ਗਈ ਹੈ। ਪਰ ਉਹ ਕਿੱਥੋਂ ਮੰਨਣ, ਉਹ ਜਾਣ ਕੇ ਹੀ ਕਹਿਣ ਲੱਗੇ ਵੀ ਤੁਸੀਂ ਗੁਰੂ ਪੁੱਤਰ ਹੋ, ਤੇ ਗੁਰੂ ਪੁੱਤਰਾਂ ਕੋਲ ਤਾਕਤਾਂ ਹੁੰਦੀਆਂ, ਤੁਸੀਂ ਗਾਂ ਜਿਉਂਦੀ ਕਰ ਦਿਓ। ਬਾਬਾ ਜੀ ਉਹਨਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਦੂਜੀ ਗਾਂ ਲੈ ਲਓ। ਉਹ ਦੂਜੀ ਗਾਂ ਲੈਣ ਲਈ ਵੀ ਤਿਆਰ ਨਹੀਂ। ਉਹ ਕਹਿੰਦੇ ਵੀ ਜੇ ਤੁਸੀਂ ਗਾਂ ਜਿਉਂਦੀ ਨਾ ਕੀਤੀ ਤਾਂ ਅਸੀਂ ਰਾਜੇ ਨੂੰ ਪੁਕਾਰ ਕਰਾਂਗੇ, ਝਗੜਾ ਵਧੇਗਾ। ਹੁਣ ਬਾਬਾ ਗੁਰਦਿੱਤਾ ਜੀ ਉੱਥੇ ਖਲੋਤੇ ਵਿਚਾਰ ਕਰਦੇ ਆ ਕਿ ਜੇ ਗਾਂ ਜਿਉਂਦੀ ਕਰ ਦਈਏ। ਹੁਣ ਪਹਿਲੀ ਗੱਲ, ਬਾਬਾ ਗੁਰਦਿੱਤਾ ਜੀ ਨੂੰ ਇਸ ਗੱਲ ਦਾ ਪਤਾ ਹੈ ਵੀ ਅਸੀਂ ਗਾਂ ਜਿਉਂਦੀ ਕਰ ਸਕਦੇ ਹਾਂ। ਇਹ ਕਮਾਈ ਦੀ ਗੱਲ ਹੈ, ਸਮਰੱਥਾ ਦੀ ਗੱਲ ਹੈ। ਜਿਹਦੇ ਕੋਲ ਸਮਰੱਥਾ ਨਹੀਂ ਹੈ ਨਾ ਸਾਧ ਸੰਗਤ ਜੀ, ਉਹ ਕੀੜੀ ਵੀ ਜਿੰਦੀ ਨਹੀਂ ਤੇ ਕਰ ਸਕਦਾ। ਗਾਂ ਤੇ ਬਹੁਤ ਵੱਡੀ ਹੈ। ਮਰੇ ਹੋਏ ਜੀਵ ਨੂੰ ਪਰਮੇਸ਼ਰ ਦੀ ਬੰਦਗੀ ਦੀ ਤਾਕਤ ਤੋਂ ਬਗੈਰ ਦੂਜੀ ਤਾਕਤ ਜਿਉਂਦਾ ਨਹੀਂ ਤੇ ਕਰ ਸਕਦੀ। ਬਾਬਾ ਜੀ ਸੋਚਦੇ ਆ ਵੀ ਗਾਂ ਜਿਉਂਦੀ ਤੇ ਕਰ ਦਿਆਂਗੇ, ਪਰ ਜਦੋਂ ਸਾਡੇ ਪਿਤਾ ਜੀ ਨੂੰ ਪਤਾ ਲੱਗਾ ਤੇ ਪਿਤਾ ਜੀ ਦੀ ਖੁਸ਼ੀ ਨਹੀਂ ਮਿਲਣੀ। ਉਹਨਾਂ ਨੇ ਕਹਿਣਾ ਕਿਉਂ ਕਰਾਮਾਤ ਦਿਖਾਈ। ਬਾਬਾ ਜੀ ਵਿਚਾਰ ਕਰਦੇ ਕਿ ਜੇ ਮਹਾਰਾਜ ਨੇ ਕਰਾਮਾਤ ਵਿਖਾਉਣੀ ਹੁੰਦੀ ਤੇ ਮਹਾਰਾਜ 4 ਜੰਗਾਂ ਹੀ ਨਾ ਕਰਦੇ। ਇੰਨੀਆਂ ਜੰਗਾਂ ਕੀਤੀਆਂ, ਮਹਾਰਾਜ ਫੁਰਨੇ ਨਾਲ ਹੀ ਤੁਰਕਾਂ ਨੂੰ ਮਾਰ ਦਿੰਦੇ। ਮਹਾਰਾਜ ਨੇ ਆਪ ਕਰਾਮਾਤ ਨਹੀਂ ਦਿਖਾਈ, ਤੇ ਸਾਨੂੰ ਵੀ ਕਰਾਮਾਤ ਨਾ ਵਿਖਾਉਣ ਦਾ ਹੀ ਹੁਕਮ ਕੀਤਾ। ਬਾਬਾ ਅਟਲ ਰਾਏ ਸਾਹਿਬ ਜੀ ਵਾਲਾ ਪ੍ਰਸੰਗ ਵੀ ਚੇਤੇ ਆਇਆ। ਤੇ ਦੂਸਰੇ ਪਾਸੇ ਬਾਬਾ ਜੀ ਵਿਚਾਰ ਕਰਨ ਵੀ ਜੇ ਗਾਂ ਜਿਉਂਦੀ ਨਾ ਕੀਤੀ, ਇਹਨਾਂ ਨੇ ਰਾਜੇ ਨੂੰ ਪੁਕਾਰ ਕਰਨੀ ਹੈ। ਰਾਜਾ ਵੀ ਹਿੰਦੂ ਹੈ, ਉਹ ਗਾਂ ਨੂੰ ਮਾਂ ਦਾ ਦਰਜਾ ਦਿੰਦੇ ਆ, ਤੇ ਕਲੇਸ਼ ਬਹੁਤ ਵੱਧ ਜਾਣਾ ਹੈ। ਜੇ ਗਾਂ ਨੂੰ ਜਿਉਂਦੀ ਕਰਦੇ ਆ ਤੇ ਪਿਤਾ ਜੀ ਦੀ ਨਾਰਾਜ਼ਗੀ ਮਿਲਦੀ ਹੈ। ਤੇ ਜੇ ਬਾਬਾ ਜੀ ਸਾਧ ਸੰਗਤ ਜੀ ਗਾਂ ਜਿਉਂਦੀ ਨਹੀਂ ਕਰਦੇ ਤਾਂ ਫਿਰ ਕੀ ਹੁੰਦਾ? ਫਿਰ ਕਲੇਸ਼ ਵੱਧਦਾ। ਮਹਾਰਾਜ ਸ਼ਸਤਰ ਜਿਹੜੇ ਆ ਉਹ ਵੀ ਗੁਰੂ ਸਾਹਿਬ ਨੇ ਹੁਣ ਸੰਤੋਖ ਦਿੱਤੇ ਆ। ਸ਼ਾਂਤੀ ਬਿਰਤੀ ਮਹਾਰਾਜ ਜੀ ਨੇ ਧਾਰਨ ਕੀਤੀ ਹੈ। ਤੇ ਬਾਬਾ ਗੁਰਦਿੱਤਾ ਜੀ ਹੁਣ ਸੋਚੀ ਪਏ ਆ ਵੀ ਕੀ ਕਰਨਾ ਚਾਹੀਦਾ। ਪਹਾੜੀਏ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਆ ਵੀ ਸਾਡੀ ਗਾਂ ਜਿਉਂਦੀ ਕਰੋ, ਨਹੀਂ ਤਾਂ ਅਸੀਂ ਤੁਹਾਡਾ ਸਿੱਖ ਨਹੀਂ ਛੱਡਣਾ। ਹੁਣ ਬਾਬਾ ਜੀ ਤੀਜੀ ਵਿਚਾਰ ਵਿੱਚ ਵੀ ਪੈ ਗਏ ਆ ਵੀ ਜੇ ਸਿੱਖ ਨਾ ਛੱਡਿਆ ਤਾਂ ਵੀ ਬੁਰੀ ਗੱਲ ਹੈ। ਤੇ ਗਾਂ ਤੇ ਭਾਵੇਂ ਮਰੀ ਸਿੱਖ ਕੋ ਹੈ, ਪਰ ਸਿੱਖ ਦਾ ਨਾਮ ਨਹੀਂ ਕਿਸੇ ਨੇ ਲੈਣਾ, ਨਾਮ ਫਿਰ ਵੀ ਗੁਰੂ ਘਰ ਦਾ ਹੀ ਵੱਜਣਾ। ਤੇ ਇਹ ਤੇ ਸੰਗਤ ਜੀ ਜਿਨ੍ਹਾਂ ਨੇ ਲੜੀਵਾਰ ਕਥਾ ਸੁਣੀ ਹੈ ਨਾ, ਜਾਂ ਤੁਸੀਂ ਭਾਗਾਂ ਵਾਲੇ ਇਸ ਗ੍ਰੰਥ ਦੀ ਲੜੀਵਾਰ ਕਥਾ ਸੁਣ ਰਹੇ ਹੋ, ਤੁਹਾਨੂੰ ਪਤਾ ਹੈ ਕਿ ਇਹ ਗਾਂ ਜਿਹੜੀ ਹੈ ਉਹ ਬਾਬਾ ਗੁਰਦਿੱਤਾ ਜੀ ਨੇ ਨਹੀਂ ਮਾਰੀ। ਨਹੀਂ ਤੇ ਬਹੁਤੇ ਇਹੋ ਹੀ ਸਮਝਦੇ ਆ ਵੀ ਉਹ ਗਾਂ ਬਾਬਾ ਗੁਰਦਿੱਤਾ ਜੀ ਨੇ ਮਾਰੀ ਸੀਗੀ। ਬਹੁਤੇ ਇਹੋ ਹੀ ਸਮਝਦੇ ਆ। ਤੇ ਗਾਂ ਤੇ ਇੱਕ ਅਸਵਾਰ ਕੋਲੋਂ ਮਰੀ ਸੀਗੀ। ਹੁਣ ਅੱਗੋਂ ਜੋ ਬਣ ਰਿਹਾ ਕਥਾ ਹੋ ਰਹੀ ਹੈ ਉਹ ਸੁਣੋ। ਇੱਕ ਬੰਨੇ ਵਿੱਚ ਘਰ ਮਰੀ ਹੋਈ ਗਾਂ ਪਈ ਹੈ, ਪਹਾੜੀਏ ਖਲੋਤੇ ਹੋਏ ਆ, ਗੁਰੂ ਦੇ ਸਿੱਖ ਦੇ ਘੋੜੇ ਨੂੰ ਬੰਨਿਆ, ਇੱਕ ਪਾਸੇ ਉਸ ਸਿੱਖ ਨੂੰ ਵੀ ਫੜਿਆ ਸਾਰਿਆਂ ਨੇ,
ਇੱਕ ਪਾਸੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਜੀ ਦੇ ਨਾਲ ਜਿਹੜੇ ਸੂਰਮੇ ਹਨ, ਸਿਪਾਹੀ ਹਨ, ਉਹ ਖਲੋਤੇ ਹੋਏ ਆ। ਇੱਥੋਂ ਹੁਣ ਕਥਾ ਆਰੰਭ ਹੁੰਦੀ ਹੈ। ਆਓ ਪ੍ਰੇਮ ਨਾਲ ਕਥਾ ਸੁਣੀਏ। ਗੱਜ ਕੇ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਗੁਰ ਦਿੱਤੇ ਸੰਗ ਮਹਿ ਸੁਪਟ ਹੁਤੇ ਤਿਸ ਥਾਨ। ਸਾਧ ਸੰਗਤ ਜੀ, ਉਸ ਸਮੇਂ ਬਾਬਾ ਗੁਰਦਿੱਤਾ ਜੀ ਦੇ ਨਾਲ ਜਿਹੜੇ ਸੂਰਮੇ ਸਨ ਨਾ, ਜਿਹੜੇ ਸਿਪਾਹੀ ਸਨ, ਹਾਥ ਜੋਰ ਬੋਲੇ ਸਕਲ ਗੁਰ ਸੁਤ ਸੁਨਹੁ ਸੁਜਾਨ। ਉਹ ਬਾਬਾ ਜੀ ਦੇ ਨਾਲ ਦੇ ਸਿਪਾਹੀ ਬਾਬਾ ਜੀ ਨੂੰ ਕਹਿਣ ਲੱਗੇ, ਹੱਥ ਜੋੜ ਕੇ ਕਹਿੰਦੇ, ਬਾਬਾ ਜੀ ਆਪ ਜੀ ਸਾਡੇ ਤੋਂ ਬਹੁਤ ਵੱਧ ਸਿਆਣੇ ਹੋ, ਆਪ ਜੀ ਸਾਡੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਹੋ, ਫਿਰ ਵੀ ਸਾਡੀ ਬੇਨਤੀ ਸੁਣੋ। ਚੌਪਈ। ਮਰੀ ਗਊ ਦੇ ਦੋਸ਼ ਕਨੇਰੇ। ਕਿ ਜਿਹੜੀ ਗਾਂ ਮਰ ਗਈ ਹੈ ਨਾ, ਇਹਦੇ ਦੋਸ਼ ਬੜੇ ਲੱਗ ਜਾਣੇ ਆ। ਹਾਂਜੀ। ਜੇ ਜੀਵੈ ਹੋਏ ਕੁਸ਼ਲ ਵਡੇਰੇ। ਤੇ ਜੇ ਇਹ ਗਾਂ ਜਿਉਂਦੀ ਤੁਸੀਂ ਕਰਦੇ ਹੋ, ਇਹਦੇ ਨਾਲ ਦੋਸ਼ ਵੀ ਮਿਟ ਜਾਣਗੇ। ਆਉਣ ਵਾਲੇ ਸਮੇਂ ਦਾ ਲੜਾਈ ਝਗੜਾ ਜਿਹੜਾ ਉਹ ਵੀ ਮਿਟ ਜਾਏਗਾ। ਜਿਉਂ ਕਿਉਂ ਕਰ ਦੀਜੈ ਇਸ ਪ੍ਰਾਨ। ਤੇ ਬਾਬਾ ਜੀ ਕਿਰਪਾ ਕਰੋ ਤੇ ਇਸ ਗਾਂ ਨੂੰ ਜਿਵੇਂ ਕਿਵੇਂ ਨਹੀਂ ਜਿਉਂਦੀ ਕਰ ਦਿਓ। ਹਾਂਜੀ। ਸਭ ਦਿਸ਼ ਤੇ ਕੁਲਹਾ ਹੋਏ ਜਾਨ। ਤੇ ਨਹੀਂ ਤਾਂ ਸਾਰੇ ਪਾਸਿਓਂ ਕਲਾ ਹੀ ਉੱਠਣੀ ਹੈ, ਕਲੇਸ਼ ਹੀ ਉੱਠਣਾ ਹੈ। ਤੇ ਬਾਬਾ ਜੀ ਗਾਂ ਜਿਉਂਦੀ ਕਰ ਦਿਓ। ਫਿਰ ਦਾਸ ਬੇਨਤੀ ਕਰ ਦਵੇ, ਮੱਖੀ ਵੀ ਮਰ ਜੇ ਨਾ, ਮੱਖੀ ਵੀ, ਉਹਨੂੰ ਕੋਈ ਜਿਉਂਦਾ ਨਹੀਂ ਤੇ ਕਰ ਸਕਦਾ। ਬੜੇ ਬੜੇ ਵਿਦਵਾਨ ਹਨ ਧਰਤੀ ਤੇ, ਹੋਣੇ ਚਾਹੀਦੇ ਆ। ਬੜੇ ਬੜੇ ਡਾਕਟਰ ਨੇ, ਹੋਣੇ ਚਾਹੀਦੇ ਆ। ਬੜੇ ਬੜੇ ਵਕੀਲ, ਜੱਜ, ਸਾਇੰਟਿਸਟ ਨੇ ਦੁਨੀਆ ਤੇ, ਹੋਣੇ ਚਾਹੀਦੇ ਆ। ਪਰ ਕੋਈ ਕਿਸੇ ਮਰੀ ਹੋਈ ਚੀਜ਼ ਨੂੰ ਜਿਉਂਦਾ ਨਹੀਂ ਤੇ ਕਰ ਸਕਦਾ। ਇਹ ਪੱਕੀ ਗੱਲ ਹੈ। ਹਾਂਜੀ। ਪਾਤਕ ਮਿਟਹਿ ਪੁੰਨ ਅਧਿਕਾਈ। ਉਹ ਬਾਬਾ ਜੀ ਦੇ ਨਾਲ ਦੇ ਹੀ ਕਹਿਣ ਲੱਗੇ, ਬਾਬਾ ਜੀ ਜਦੋਂ ਗਾਂ ਜਿਉਂਦੀ ਹੋ ਗਈ ਤੇ ਉਹ ਪਾਪ ਮਿਟ ਜਾਏਗਾ ਤੇ ਸਗੋਂ ਪੁੰਨ ਲੱਗੇਗਾ ਗਾਂ ਜਿਉਂਦੀ ਕਰਨ ਦਾ। ਪਸਰ ਹੈ ਕੀਰਤ ਬਿਮਲ ਸਦਾਈ। ਤੇ ਸਾਰੇ ਪਾਸੇ ਕੀਰਤੀ ਫੈਲੇਗੀ ਕਿ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਜਿਉਂਦੀ ਕਰ ਦਿੱਤੀ। ਨਰ ਆਦਿਕ ਜੇ ਅਪਰ ਜੀਵਾਵਨ। ਸੁਨ ਸਤਿਗੁਰ ਤਬ ਹੋਏ ਰਿਸਾਵਨ। ਆਖੋ ਵਾਹਿਗੁਰੂ। ਕਹਿੰਦੇ ਜੇ ਕਿਸੇ ਮਨੁੱਖ ਨੂੰ ਜਿਉਂਦਾ ਕਰੀਏ ਤੇ ਮਹਾਰਾਜ ਨਾਰਾਜ਼ ਹੋਣਗੇ। ਵੇਖੋ ਬੰਦੇ ਨਾਲ ਖਲੋਤੇ ਝਗੜਾ ਮੁਕਾਉਣ ਵਾਸਤੇ ਰਾਹ ਕੱਢਦੇ ਆ ਨਾ, ਪਰ ਇਹ ਬੰਦੇ ਨੂੰ ਨਹੀਂ ਪਤਾ ਵੀ ਜਿਹੜੇ ਰਾਹ ਅਸੀਂ ਕੱਢ ਰਹੇ ਆ ਇਹ ਚੱਲਣੇ ਵੀ ਆ ਜਾਂ ਨਹੀਂ ਚੱਲਣੇ। ਕਹਿੰਦੇ ਵੀ ਜੇ ਤੇ ਕਿਸੇ ਮਨੁੱਖ ਨੂੰ ਜਿਉਂਦਾ ਕਰ ਦਈਏ ਫਿਰ ਤਾਂ ਮੰਨਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਨਾਰਾਜ਼ ਹੋਣਗੇ। ਹਾਂਜੀ। ਇਸ ਤੇ ਪੁੰਨ ਅਧਿਕ ਕੋ ਜਾਨ। ਪਰ ਇਹ ਗਾਂ ਨੂੰ ਜਿਉਂਦਾ ਕਰਨਾ ਤਾਂ ਪੁੰਨ ਹੈ ਕਹਿੰਦੇ। ਹਾਂਜੀ। ਸ਼੍ਰੀ ਪ੍ਰਭ ਨਹੀਂ ਕੋਪ ਕੋ ਠਾਨ। ਤੇ ਬਾਬਾ ਜੀ ਆਪ ਜੀ ਵਿਚਾਰ ਨਾ ਕਰੋ, ਛੇਵੇਂ ਪਾਤਸ਼ਾਹ ਮਹਾਰਾਜ ਆਪ ਜੀ ਦੇ ਉੱਤੇ ਗੁੱਸਾ ਨਹੀਂ ਹੋਣਗੇ। ਇਤੇ ਆਦਿਕ ਸਭ ਹੂਨ ਸੁਨਾਇਓ। ਇਸ ਤਰੀਕੇ ਨਾਲ ਸਾਰੇ ਹੀ ਬਾਬਾ ਜੀ ਨੂੰ ਕਹਿਣ ਲੱਗੇ ਵੀ ਗਾਂ ਜਿਉਂਦੀ ਕਰ ਦਿਓ। ਆਖੋ ਵਾਹਿਗੁਰੂ। ਵਾਹਿਗੁਰੂ। ਉਤਾਵਲੇ ਹੋ ਗਏ ਨਾ, ਤੇ ਵੀ ਸਾਰੇ ਕਹਿਣ ਲੱਗੇ ਵੀ ਛੇਤੀ ਛੇਤੀ ਗਾਂ ਜਿਉਂਦੀ ਕਰ ਦਿਓ ਤੇ ਕਲੇਸ਼ ਮੁੱਕ ਜਾਵੇ। ਗੁਰ ਸੁਤ ਸੁਨਤ ਹਿਰਦੇ ਹੋਏ ਆਇਓ। ਤੇ ਜਦੋਂ ਨਾਲ ਦੇ ਸਾਰੇ ਹੀ ਕਹਿਣ ਲੱਗ ਪੈਣ ਨਾ, ਫਿਰ ਬੰਦਾ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ ਵੀ ਕੋਈ ਨਹੀਂ, ਸਾਰੇ ਹੀ ਕਹਿ ਰਹੇ। ਜਦੋਂ ਬਾਬਾ ਜੀ ਨੇ ਸਾਰੇ ਸਾਥੀਆਂ ਦੀ ਗੱਲ ਸੁਣੀ। ਅਬ ਤੋ ਆਛੀ ਅਹੈ ਜੀਵਾਵਨ। ਸਹਿਤ ਪੁਨ ਅਰ ਰਾਰ ਮਿਟਾਵਨ। ਉਹ ਬਾਬਾ ਜੀ ਦੇ ਮਨ ਵਿੱਚ ਵੀ ਆਇਆ ਵੀ ਗਾਂ ਜਿਉਂਦੀ ਕਰ ਦਿੰਨੇ ਆ, ਇਹ ਤਾਂ ਪੁੰਨ ਹੈ ਤੇ ਨਾਲੇ ਕਲੇਸ਼ ਮਿਟੇਗਾ, ਰੌਲਾ ਰੱਪਾ ਨਹੀਂ ਪਏਗਾ। ਪਿਤਾ ਕੋਪ ਕੋ ਲਿਹ ਸਹਾਰ। ਤੇ ਪਤਾ ਤਾਂ ਹੈ ਵੀ ਮਹਾਰਾਜ ਨੇ ਗੁੱਸਾ ਕਰਨਾ ਹੈ, ਨਾਰਾਜ਼ਗੀ ਹੋਣੀ ਹੈ। ਪਰ ਚੇਤਾ ਰੱਖਿਓ, ਜਿਹੜੇ ਮਹਾਂਪੁਰਖ ਨੇ ਨਾ, ਜਿਹੜੇ ਪਰ ਉਪਕਾਰੀ ਨੇ, ਉਹ ਦੂਜਿਆਂ ਦੇ ਭਲੇ ਵਾਸਤੇ ਆਪਣਾ ਨੁਕਸਾਨ ਵੀ ਕਰਾ ਲੈਂਦੇ ਆ।
ਦੂਜਿਆਂ ਦੇ ਭਲੇ ਵਾਸਤੇ। ਨਹੀਂ ਤੇ ਆਮ ਜਿਹੜੇ ਬੰਦੇ ਆ ਉਹ ਆਪਣਾ ਨੁਕਸਾਨ ਕਿਸੇ ਵੀ ਸ਼ਰਤ ਤੇ ਮਨਜ਼ੂਰ ਨਹੀਂ ਕਰਦੇ। ਬਾਬਾ ਜੀ ਨੂੰ ਪਤਾ ਹੈ ਵੀ ਮਹਾਰਾਜ ਮੇਰੇ ਤੇ ਨਾਰਾਜ਼ ਹੋਣਗੇ, ਪਰ ਕਲੇਸ਼ ਨਾ ਵਧੇ, ਇਸ ਕਰਕੇ ਬਾਬਾ ਜੀ ਜਿਉਂਦਾ ਕਰਨ ਲੱਗੇ ਜੀ, ਕਲੇਸ਼ ਨਾ ਵਧੇ। ਹਾਂਜੀ। ਪਿਤਾ ਕੋਪ ਕੋ ਲਿਹੇ ਸਹਾਰ। ਬਾਬਾ ਜੀ ਨੇ ਵਿਚਾਰ ਕੀਤੇ ਵੀ ਕੋਈ ਨਹੀਂ, ਮਹਾਰਾਜ ਦੇ ਗੁੱਸੇ ਨੂੰ, ਮਹਾਰਾਜ ਦੀ ਨਾਰਾਜ਼ਗੀ ਨੂੰ ਮੈਂ ਸਹਿ ਲਵਾਂਗਾ। ਜਥਾ ਕਹੋ ਸੋ ਕਰ ਹੈ ਕਾਰ। ਤੇ ਜਿਵੇਂ ਮਹਾਰਾਜ ਕਹਿਣਗੇ ਫਿਰ ਉਵੇਂ ਹੀ ਕਰ ਲਵਾਂਗੇ। ਆਖੋ ਵਾਹਿਗੁਰੂ। ਅੱਛਾ, ਜਿਹੜੀ ਮਰੀ ਹੋਈ ਗਾਂ ਜਿਉਂਦਾ ਕਰਨ ਦੀ ਸ਼ਕਤੀ ਰੱਖਦੇ ਆ, ਉਹਨਾਂ ਨੂੰ ਇਹ ਵੀ ਪਤਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਅੱਗੋਂ ਕੀ ਕਹਿਣਗੇ, ਇਹ ਵੀ ਤਾਂ ਪਤਾ ਹੈ ਨਾ ਉਹਨਾਂ ਨੂੰ। ਹਾਂਜੀ। ਇਮ ਉਰ ਲਿਆਏ ਤੋ ਰੰਗਮ ਸ਼ੋਰ। ਇਹ ਕਹਿ ਕੇ ਬਾਬਾ ਜੀ ਘੋੜੇ ਨੂੰ ਉੱਥੇ ਹੀ ਛੱਡ ਕੇ ਉਤਰ ਗਏ ਮ੍ਰਿਤ ਤੈਨੂੰ ਔਰ। ਤੇ ਬਾਬਾ ਜੀ ਸਾਧ ਸੰਗਤ ਜੀ ਉਸ ਮਰੀ ਹੋਈ ਗਾਂ ਵੱਲ ਗਏ। ਨੀਮ ਤਰੋਵਰ ਕੀ ਨਵਲਾ ਸੀ। ਤੇ ਨਿੰਮ ਦਾ ਰੁੱਖ ਸੀਗਾ ਜੀ, ਨੇਮ ਤਰੋਵਰ ਕੀ ਨਵਲਾ ਸੀ। ਇੱਕ ਨਵੀਂ ਟਾਹਣੀ ਜਿਹੜੀ ਹੈ, ਹਾਥ ਗਹੀ ਪਹੁੰਚੇ ਗੋਪਾਸੀ। ਉਹ ਤੋੜ ਕੇ ਆਪਣੇ ਹੱਥ ਵਿੱਚ ਫੜ ਕੇ ਤੇ ਬਾਬਾ ਜੀ ਸਾਧ ਸੰਗਤ ਜੀ ਗਾਂ ਵਾਲੇ ਪਾਸੇ ਗਏ। ਨਿੰਮ ਦੀ ਟਾਹਣੀ ਹੈ, ਉਹ ਆਪਣੇ ਹੱਥ 'ਚ ਫੜੀ ਹੈ। ਹਾਂਜੀ। ਸ਼ਰੀ ਲਗਾਏ ਗਊ ਕੇ ਗਾਤ। ਉਹ ਫਿਰ ਛੜੀ ਨਿੰਮ ਦੀ ਉਹ ਗਾਂ ਦੇ ਅੰਗਾਂ ਨੂੰ ਲਾ ਕੇ ਸ਼੍ਰੀ ਮੁਖ ਤੇ ਬੋਲੇ ਇਸ ਭਾਂਤ। ਤੇ ਬਾਬਾ ਜੀ, ਬਾਬਾ ਗੁਰਦਿੱਤਾ ਜੀ ਨਾ ਆਪਣੇ ਪਵਿੱਤਰ ਮੁਖ ਤੋਂ ਇਸ ਤਰ੍ਹਾਂ ਕਹਿਣ ਲੱਗੇ, ਉਠੋ ਮਾਤ ਅਬ ਨਿੰਦਰਾ ਤਿਆਗੋ। ਮਹਾਰਾਜ ਕਹਿੰਦੇ ਮਾਤਾ ਜੀ ਉੱਠੋ, ਨੀਂਦ ਛੱਡ ਦਿਓ। ਪੂਰਬ ਸਮ ਚਰਬੇ ਤ੍ਰਿਣ ਲਾਗੋ। ਤੇ ਜਿਵੇਂ ਪਹਿਲਾਂ ਚਰਨ ਦੇ ਸੀ ਨਾ, ਉਵੇਂ ਚਰਨ ਲੱਗ ਪਾਓ। ਬਾਬਾ ਜੀ ਨੇ ਬਚਨ ਕੀਤਾ ਜੀ, ਕਿਉਂਕਿ ਲਾਗੇ ਸਾਰੇ ਉਹ ਗਾਂ ਨੂੰ ਮਾਤਾ ਕਹਿਣ ਵਾਲੇ ਖਲੋਤੇ ਸੀ ਨਾ, ਇਸ ਕਰਕੇ ਬਾਬਾ ਜੀ ਕਹਿ ਰਹੇ ਵੀ ਮਾਤਾ ਜੀ ਉੱਠੋ। ਹਾਂਜੀ। ਸੁਪਟ ਸਕਲ ਅਰ ਖਰੇ ਪਹਾੜੀ। ਜਿੰਨੇ ਵੀ ਸਿਪਾਹੀ ਸਨ ਉਹ ਵੀ ਖਲੋਤੇ ਸਨ, ਪਹਾੜੀ ਲੋਕ ਵੀ ਲਾਗੇ ਖਲੋਤੇ ਸਨ। ਮਰੀ ਧੇਨ ਸੋ ਕਰਤ ਨਿਹਾਰੀ। ਉਹਨਾਂ ਉਹ ਮਰੀ ਹੋਈ ਗਾਂ ਵੱਲ ਵੇਖ ਰਹੇ ਸੀਗੇ। ਹਾਂਜੀ। ਗੁਰੂ ਪੁੱਤਰ ਜਬ ਬਾਕ ਬਖਾਨੇ। ਤੇ ਸਾਧ ਸੰਗਤ ਜੀ ਮੁਖੋਂ ਬਚਨ ਹੀ ਕੀਤੇ ਆ ਨਾ। ਆਖੋ, ਕੋਈ ਮੰਤਰ ਤਾਂ ਨਹੀਂ ਨਾ ਮਾਰਿਆ ਬਾਬਾ ਜੀ ਨੇ। ਇਹਨੂੰ ਕਹਿੰਦੇ ਜੇ ਨਾਮ ਦੀ ਕਮਾਈ, ਇਹਨੂੰ ਕਹਿੰਦੇ ਸਿਮਰਨ ਦੀ ਕਮਾਈ। ਜਦੋਂ ਬਾਬਾ ਗੁਰਦਿੱਤਾ ਜੀ ਨੇ ਮੁਖੋਂ ਬਚਨ ਹੀ ਕੀਤਾ ਹੈ, ਤਤ ਛਿਨ ਉੱਠੀ ਸਰੋ ਪ੍ਰਥਮ ਸਮਾਨੇ। ਉਸੇ ਵੇਲੇ ਗਾਂ ਉੱਠ ਕੇ ਖੜੀ ਹੋ ਗਈ ਜੀ। ਜਾਂ ਕਾ ਕਹਿਆ ਦਰਗਾਹ ਚੱਲੈ। ਦਰਗਾਹ ਵਿੱਚ ਵੀ ਰੱਬ ਦੇ ਪਿਆਰਿਆਂ ਦਾ ਚੱਲਦਾ। ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਰਸਨਾ ਵਿੱਚ ਕਿੰਨੀ ਸੱਤਿਆ ਹੋਏਗੀ। ਸਾਧ ਸੰਗਤ ਜੀ ਬਚਨ ਕੀਤਾ ਤੇ ਤਤਕਾਲ ਮਰੀ ਹੋਈ ਗਾਂ ਜਿਉਂਦੀ ਹੋ ਗਈ ਜੀ। ਤਤਕਾਲ ਜੀ ਕਿੰਨੀ ਸੱਤਿਆ ਹੋਏਗੀ। ਵੇਖੋ ਉਹਦੀ ਰੂਹ ਵਿੱਚੋਂ ਨਿਕਲ ਗਈ ਹੈ ਜੀ। ਹੋ ਸਕਦਾ ਉਹਨੂੰ ਅੱਗੇ ਲੈ ਕੇ ਜਾ ਰਹੇ ਹੋਣ। ਤੇ ਬਾਬਾ ਜੀ ਦੇ ਮੁਖੋਂ ਬਚਨ ਨਿਕਲਿਆ ਤੇ ਉਸੇ ਵੇਲੇ ਹੀ ਜਮਰਾਜ ਨੇ ਵੀ ਆਪਣੇ ਫੈਸਲੇ ਬਦਲ ਦਿੱਤੇ ਜੀ। ਕਿ ਬਾਬਾ ਜੀ ਦੇ ਮੁਖੋਂ ਬਚਨ ਨਿਕਲ ਗਿਆ, ਵਿੱਚ ਪਾ ਕੇ ਆਓ ਆਤਮਾ ਨੂੰ ਦੁਬਾਰਾ। ਫਿਰ ਤੁਸੀਂ ਇੱਕ ਹੋਰ ਗੱਲ ਸੋਚੋ ਵੀ ਕਿੰਨੀ ਸਪੀਡ ਨਾਲ ਇਹ ਕੰਮ ਹੋਇਆ ਹੋਏਗਾ ਜੀ ਸਾਰਾ, ਕਿੰਨੀ ਫੁਰਤੀ ਨਾਲ ਇਹ ਕੰਮ ਹੋਇਆ ਹੋਏਗਾ। ਇੱਕ ਹੈ ਬਚਨ ਕਰਕੇ ਕੁਝ ਸਮਾਂ ਪੈ ਗਿਆ ਤੇ ਗਾਂ ਉੱਠ ਗਈ। ਅਜੇ ਬਾਬਾ ਜੀ ਨੇ ਕਿਹਾ ਹੀ ਹੈ ਵੀ ਉਠੋ, ਪਹਿਲਾਂ ਦੀ ਤਰ੍ਹਾਂ ਚਰੋ, ਤੇ ਗਾਂ ਉਸੇ ਵੇਲੇ ਹੀ ਉੱਠ ਗਈ ਜੀ। ਉਂਝ ਬਾਣੀ 'ਚ ਭਗਤ ਨਾਮਦੇਵ ਸਾਹਿਬ ਜੀ ਲਿਖਦੇ ਆ ਵੀ ਮੈਨੂੰ ਵੀ ਰੱਬ ਨੇ ਕਿਹਾ ਸੀ ਵੀ ਕਹੋ ਤਾਂ ਮੋਈ ਗਊ ਦਿਓ ਜਿਵਾਏ। ਨਾਮਦੇਵ ਜੇ ਤੂੰ ਕਵੇਂ ਤੇ ਮੈਂ ਮਰੀ ਹੋਈ ਗਾਂ ਜਿਉਂਦੀ ਕਰ ਦਿਆਂ। ਭਗਤ ਨਾਮਦੇਵ ਜੀ ਤੇ ਵੀ ਤੇ ਦੂਸ਼ਣ ਲੱਗਾ ਹੀ ਨਾ ਜੀ, ਵੀ ਮਰੀ ਹੋਈ ਗਾਂ ਜਿਉਂਦੀ ਕਰਦੇ।
ਤੇ ਭਗਤ ਨਾਮਦੇਵ ਜੀ ਨੇ ਕਿਹਾ ਵੀ ਰੱਬ ਜੀ ਕਰ ਦਿਓ, ਤੇ ਰੱਬ ਨੇ ਕਰ ਦਿੱਤੀ ਜੀ। ਤੇ ਬਾਬਾ ਗੁਰਦਿੱਤਾ ਜੀ ਨੇ ਗਾਂ ਨੂੰ ਕਿਹਾ ਹੀ ਹੈ ਵੀ ਉੱਠ, ਤੇ ਮਰੀ ਹੋਈ ਉੱਠ ਕੇ ਬਹਿ ਗਈ ਜੀ। ਹਾਂਜੀ, ਤ੍ਰਿਣਨ ਹਰਿਤ ਕੇ ਚਰਨੇ ਲਾਗੀ, ਉਹ ਹਰਾ ਹਰਾ ਘਾਹ ਜਿਹੜਾ ਹੈ ਉਹਨੂੰ ਚਰਨ ਲੱਗੇ। ਦੇਖ ਸਬਨ ਬੁੱਧ ਬਿਸਮੈ ਪਾਗੀ, ਜਿੰਨੇ ਪਹਾੜੀਏ ਤੇ ਗੁਰੂ ਦੇ ਸਿੱਖ ਸਨ ਨਾ, ਉਹ ਸਾਰੇ ਹੀ ਹੈਰਾਨ ਹੋ ਗਏ ਜੀ। ਕਮਾਲ ਹੈ, ਮਰੀ ਹੋਈ ਗਾਂ ਜਿਉਂਦੀ ਹੋ ਗਈ। ਹਾਂਜੀ, ਹਰਖਤ ਹੋਏ ਹਾਂਕ ਸੰਭਾਰੀ, ਸਾਰੇ ਸਾਧ ਸੰਗਤ ਪ੍ਰਸੰਨ ਹੋਏ। ਤੇ ਉਹ ਚਰਵਾਹਾ ਸੀ ਨਾ ਜਿਹੜਾ, ਉਹ ਗਾਂ ਨੂੰ ਹਿੱਕਣ ਲੱਗਾ ਤੇ ਉਹਨੂੰ ਸਾਂਭ ਲਿਆ। ਲੈ ਗਮਨੇ ਜੈ ਸੁਰਭੀ ਸਾਰੀ, ਉੱਥੇ ਲੈ ਗਿਆ ਜਿੱਥੇ ਬਾਕੀ ਗਾਵਾਂ ਸਨ। ਹਾਂਜੀ, ਕਰ ਬੰਧਨ ਕੋ ਸੁਜਸ ਉਚਾਰਤ, ਇਹ ਵੇਖ ਕੇ ਸਾਰਿਆਂ ਨੇ ਬਾਬਾ ਗੁਰਦਿੱਤਾ ਜੀ ਨੂੰ ਮੱਥਾ ਟੇਕਿਆ ਜੀ। ਤੁਸੀਂ ਵੀ ਆਖੋ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਬਹੁਤ ਜਸ ਕਰਦੇ ਆ, ਬੜੀ ਸਿਫਤ ਕਰਨ ਲੱਗੇ ਸਾਰੇ। ਗਏ ਗੁਰੂ ਮਹਿਮਾ ਔਰ ਧਾਰਤ, ਹਾਂਜੀ। ਗੁਰਸੁਤ ਚੜੇ ਤੁਰੰਗਮ ਚੱਲੇ, ਤੇ ਸਾਰੇ ਉੱਥੋਂ ਨਾ ਛੇਵੇਂ ਪਾਤਸ਼ਾਹ ਦੀ ਮਹਿਮਾ ਕਰਦੇ ਹੋਏ ਜਾ ਰਹੇ ਵੀ ਧੰਨ ਛੇਵੇਂ ਪਾਤਸ਼ਾਹ ਜਿਨ੍ਹਾਂ ਦੇ ਪੁੱਤਰਾਂ ਵਿੱਚ ਵੀ ਇੰਨੀਆਂ ਤਾਕਤਾਂ ਨੇ, ਤੇ ਸਤਿਗੁਰੂ ਜੀ ਵਿੱਚ ਕਿੰਨੀ ਤਾਕਤ ਹੋਏਗੀ। ਹਾਂਜੀ, ਗੁਰਸੁਤ ਚੜੇ ਤੁਰੰਗਮ ਚੱਲੇ, ਬਾਬਾ ਜੀ ਘੋੜੇ ਉੱਤੇ ਚੜੇ ਤੇ ਕੀਰਤਪੁਰ ਸਾਹਿਬ ਨੂੰ ਤੁਰ ਪਏ। ਸੁਪਟ ਸੰਗ ਗਮਨੇ ਸਭ ਮਿਲੇ, ਨਾਲ ਸਾਰੇ ਸਵਾਰ ਤੁਰ ਪਏ, ਉਹ ਸਵਾਰ ਛੁੱਟ ਗਿਆ ਜੀ। ਹਾਂਜੀ, ਬਿਸਮਤ ਮਤ ਕੀਰਤਪੁਰ ਆਏ, ਹੈਰਾਨੀ ਭਰੀ ਮੱਤ ਦੇ ਨਾਲ ਸਾਰੇ ਸਿਪਾਹੀ ਬਾਬਾ ਜੀ ਦੇ ਨਾਲ ਕੀਰਤਪੁਰ ਸਾਹਿਬ ਵਿੱਚ ਆਏ। ਉੱਤਰ ਤੁਰੰਗ ਸਥਾਨ ਲਗਾਏ, ਘੋੜੇ ਤੋਂ ਬਾਬਾ ਜੀ ਉਤਰੇ, ਘੋੜਾ ਆਪਣੀ ਥਾਂ ਤੇ ਖੜਾ ਕੀਤਾ। ਦਿਨ ਮਧਿਆਨ ਭਇਓ ਤਿਹ ਕਾਲਾ, ਉਸ ਸਮੇਂ ਸਾਧ ਸੰਗਤ ਜੀ ਦੁਪਹਿਰ ਹੋਈ ਪਈ ਸੀਗੀ। ਹਾਂਜੀ, ਭੋਜਨ ਕਰ ਮਨ ਭਾਏ ਵਿਸਾਲਾ, ਤੇ ਸਭ ਨੇ ਪ੍ਰਸ਼ਾਦਾ ਪਾਣੀ ਛਕਿਆ ਜੀ। ਟਿਕੇ ਸਥਾਨ ਆਪਨ ਸਭ ਜਾਈ, ਸਾਰੇ ਜਾ ਕੇ ਆਪੋ ਆਪਣੀਆਂ ਥਾਵਾਂ ਤੇ ਟਿਕ ਗਏ। ਸਤਿਗੁਰ ਸੁਨਿਓ ਅਸਨ ਅਬ ਖਾਈ, ਸਤਿਗੁਰੂ ਜੀ ਨੇ ਸੁਣ ਲਿਆ ਵੀ ਹੁਣ ਸਭ ਨੇ ਭੋਜਨ ਪਾਣੀ ਛਕ ਲਿਆ ਹੈ। ਗਇਓ ਜੋ ਸੰਗ ਸੋ ਬੀਰ ਬੁਲਾਇਓ, ਤੇ ਜਿਹੜੇ ਸਿਪਾਹੀ ਬਾਬਾ ਗੁਰਦਿੱਤਾ ਜੀ ਦੇ ਨਾਲ ਗਏ ਸਨ ਨਾ, ਮਹਾਰਾਜ ਜੀ ਨੇ ਉਹ ਆਪਣੇ ਪਾਸ ਸੱਦੇ। ਨਿਕਟ ਆਏ ਪਿਖ ਬਾਕ ਅਲਾਇਓ, ਹਾਂਜੀ, ਆਜ ਕਹਾਂ ਤੁਮ ਸਮਾਂ ਬਿਤਾਇਓ। ਮਹਾਰਾਜ ਕਹਿਣ ਲੱਗੇ ਅੰਤਰਜਾਮੀ ਜਾਣਦੇ ਤੇ ਸਾਰੀ ਗੱਲ ਹੀ ਹੈ। ਸਤਿਗੁਰੂ ਕਹਿਣ ਲੱਗੇ ਅੱਜ ਇੰਨਾ ਸਮਾਂ ਕਿੱਥੇ ਲਾ ਆਏ ਕਹਿੰਦੇ। ਹਾਂਜੀ, ਵਿਚਰਤ ਵਹਿਰ ਅਸਨ ਅਬ ਖਾਇਓ, ਬਾਹਰ ਹੀ ਵਿਚਰਦੇ ਰਹੇ ਤੇ ਹੁਣ ਆ ਕੇ ਭੋਜਨ ਛਕਿਆ। ਹਾਂਜੀ, ਸਗਰੀ ਸਾਚੀ ਦੇਹੋ ਬਤਾਏ, ਅੰਤਰਜਾਮੀ ਸਤਿਗੁਰੂ ਜੀ ਕਹਿੰਦੇ ਕਿ ਸਾਰੀ ਗੱਲ ਸੱਚ ਸੱਚ ਦੱਸ ਦਿਓ। ਕੂਰ ਕਹੈ ਤੋ ਦੋਸ਼ ਲਗਾਏ, ਤੇ ਜੇ ਝੂਠ ਕਹੋਗੇ ਤੇ ਦੋਸ਼ ਲੱਗੇਗਾ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਕਿਹਦੀ ਹਿੰਮਤ ਹੈ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਝੂਠ ਬੋਲ ਦਵੇ ਜੀ, ਔਰ ਹੋਵੇ ਵੀ ਮਹਾਰਾਜ ਦਾ ਸਿੱਖ। ਹਾਂਜੀ, ਸੁਨਤ ਸੁਪਟ ਕੰਪਿਓ ਸਭ ਗਾਤ, ਇਹ ਸੁਣ ਕੇ ਉਹ ਸੂਰਮੇ ਜਿਹੜੇ ਆ ਨਾ, ਉਹ ਵਾਹਿਗੁਰੂ ਉਹ ਸਿੱਖ ਜਿਹੜਾ ਉਹ ਕੰਬ ਗਿਆ ਜੀ, ਵੀ ਮਹਾਰਾਜ ਨੇ ਕਦੀ ਇਸ ਤਰ੍ਹਾਂ ਦਾ ਬਚਨ ਨਹੀਂ ਸੀ ਕੀਤਾ। ਹਾਂਜੀ, ਲੱਗਿਓ ਬਤਾਵਨ ਸਾਚੀ ਬਾਤ, ਉਹ ਫਿਰ ਮਹਾਰਾਜ ਨੂੰ ਸਾਰੀ ਗੱਲ ਸੱਚ ਸੱਚ ਦੱਸਣ ਲੱਗਾ। ਕਹੋ ਕੂਰ ਤਉ ਜਾਣੈ ਸਾਰੀ, ਵੀ ਉਹਨੂੰ ਪਤਾ ਵੀ ਜੇ ਮੈਂ ਝੂਠ ਕਹਿ ਵੀ ਦਿੱਤਾ ਤੇ ਮਹਾਰਾਜ ਕੋ ਕਿਹੜਾ ਛੁਪਿਆ ਰਹਿਣਾ ਹੈ। ਮਹਾਰਾਜ ਨੂੰ ਤਾਂ ਵੀ ਪਤਾ ਲੱਗਣਾ ਹੀ ਹੈ। ਹਾਂਜੀ, ਮੁਝ ਪ੍ਰਤ ਦੈ ਹੈ ਸਰਾਪ ਉਚਾਰੀ, ਤੇ ਮਹਾਰਾਜ ਕੋਈ ਮੈਨੂੰ ਕਰੜਾ ਬਚਨ ਹੀ ਨਾ ਕਰ ਦੇਣ। ਹਾਂਜੀ, ਅਚਰਜ ਆਜ ਗਊ ਮਰ ਗਈ, ਕਹਿੰਦਾ ਮਹਾਰਾਜ ਅੱਜ ਅਸਚਰਜ ਹੋਇਆ, ਅੱਜ ਸਾਡੇ ਇੱਕ ਅਸਵਾਰ ਕੋਲੋਂ ਗਾਂ ਮਰ ਗਈ ਸੀ। ਜਾਣੇ ਬਿਨਾ ਮਾਰ ਭੱਟ ਦਈ, ਸਿੱਖ ਕੋਲੋਂ ਗਾਂ ਮਰੀ ਸੀ ਪਰ ਸਿੱਖ ਨੂੰ ਪਤਾ ਨਹੀਂ ਸੀ ਵੀ ਇਹ ਗਾਂ ਹੈ। ਝਾੜੀਆਂ ਵਿੱਚ ਸੀ, ਉਹਨੇ ਜਾਨਵਰ ਸਮਝ ਕੇ ਗੋਲੀ ਚਲਾ ਦਿੱਤੀ। ਆਏ ਕੋਹੀਆਂ ਸ਼ੋਰ ਮਚਾਇਓ, ਤੇ ਮਹਾਰਾਜ ਉਹ ਪਹਾੜ, ਉਸ ਪਹਾੜ ਦੇ ਲੋਕਾਂ ਨੇ ਆ ਕੇ ਬੜਾ ਰੌਲਾ ਪਾ ਦਿੱਤਾ ਉੱਥੇ। ਸ੍ਰੀ ਗੁਰਦਿੱਤਾ ਸੁਨ ਤਬ ਆਇਓ, ਆਪ ਜੀ ਦੇ ਵੱਡੇ ਸਾਹਿਬਜ਼ਾਦੇ
ਸ੍ਰੀ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਉਸ ਸਮੇਂ ਉਸ ਪਾਸੇ ਆਏ। ਮਹਾ ਦੋਸ਼ ਗੋ ਘਾਤ ਪਛਾਨਾ। ਗਾਂ ਦਾ ਮਰਨਾ ਵੱਡਾ ਦੋਸ਼ ਪਛਾਣਿਆ ਬਾਬਾ ਜੀ ਨੇ। ਭਾਨੇ ਸਬਨ ਕੇ ਦੀਸਨ ਪ੍ਰਾਨਾ। ਭਾਨੇ ਸਬਨ ਕੇ ਦੀਨਸ ਪ੍ਰਾਨਾ, ਸਾਰਿਆਂ ਦੇ ਕਹਿਣ ਤੇ ਫਿਰ ਬਾਬਾ ਜੀ ਨੇ ਗਾਂ ਨੂੰ ਜਿਉਂਦਾ ਕਰ ਦਿੱਤਾ। ਮਹਾਰਾਜ ਸਾਰਿਆਂ ਦੇ ਕਹਿਣ ਤੇ ਬਾਬਾ ਜੀ ਨੇ ਜਿਉਂਦਾ ਕੀਤਾ। ਹਾਂਜੀ, ਝਗੜਾ ਪਰਿਓ ਰਹਿਓ ਤਿਸ ਥਾਨ। ਨਹੀਂ ਤਾਂ ਉੱਥੇ ਬੜਾ ਝਗੜਾ ਪੈਣਾ ਸੀ, ਪਰ ਬਾਬਾ ਜੀ ਦੇ ਉਹ ਗਾਂ ਜਿੰਦੀ ਕਰਨ ਦੇ ਨਾਲ ਸਭ ਝਗੜਾ ਮਿਟ ਗਿਆ। ਜਾਂ ਤੇ ਆਇਓ ਦਿਨ ਮਧਿਆਨ। ਇਸ ਕਰਕੇ ਅੱਜ ਦੁਪਹਿਰ ਪੈ ਗਈ ਸਾਨੂੰ ਆਉਂਦਿਆਂ ਆਉਂਦਿਆਂ। ਸ਼੍ਰੀ ਸਤਿਗੁਰ ਸੁਨ ਧਰ ਕਰ ਮੌਨ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਜਦੋਂ ਮਹਾਰਾਜ ਨੇ ਸਾਧ ਸੰਗਤ ਜੀ ਸੁਣਿਆ ਨਾ ਕਿ ਬਾਬਾ ਜੀ ਨੇ ਮਰੀ ਹੋਈ ਗਾਂ ਜਿਉਂਦੀ ਕੀਤੀ, ਪਤਾ ਤੇ ਸਾਰੀ ਗੱਲ ਦਾ ਹੀ ਹੈ, ਤੇ ਸਤਿਗੁਰੂ ਜੀ ਚੁੱਪ ਹੋ ਗਏ ਜੀ, ਮੌਨ ਧਾਰਨ ਕਰ ਲਿਆ। ਰਿਸ ਉਰ ਕੀਨ ਨਾ ਜਾਣੀ ਕੌਣ। ਸਿੱਖੋ ਚਲੇ ਗਿਆ। ਹਿਰਦੇ ਵਿੱਚ ਮਹਾਰਾਜ ਨੇ ਗੁੱਸਾ ਰੱਖਿਆ, ਮਨ ਮੁੱਖਾਂ ਵਾਲਾ ਨਹੀਂ, ਇਸ ਗੱਲ ਦਾ ਕਿ ਬਾਬਾ ਗੁਰਦਿੱਤਾ ਜੀ ਨੇ ਕਰਾਮਾਤ ਕਿਉਂ ਦਿਖਾਈ। ਹਾਂਜੀ, ਚਾਰ ਘਟੀ ਸੁਨ ਫੇਰ ਬਿਤਾਈ। 4 ਘੜੀਆਂ ਮਹਾਰਾਜ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਜੀ, ਬਿਲਕੁਲ ਮੌਨ ਰਹਿ ਕੇ ਬਤੀਤ ਕੀਤੀਆਂ। 1.5 ਜਾਮ ਦਿਨ ਰਹਿਓ ਤਦਾਈ। ਤੇ ਫਿਰ ਦਿਨ ਰਹਿ ਗਿਆ 1.5 ਪਹਿਰ। ਹਾਂਜੀ, ਜਾਨ ਸੁਚੇਤ ਹੋਣ ਕੋ ਕਾਲ। ਜਿਵੇਂ ਆਪਾਂ ਵੇਖਦੇ ਹਾਂ ਅੱਜ ਕੱਲ ਮੌਸਮ ਦੇ ਹਿਸਾਬ ਨਾਲ ਕਿ 5 ਵਜੇ ਦਾ ਸਮਾਂ, ਸਾਰੇ ਮੁੜ ਸੁਚੇਤ ਹੋਣ ਲੱਗ ਪੈਂਦੇ ਆ। ਜਦੋਂ ਵੇਖਿਆ ਵੀ ਹੁਣ ਸਾਰੇ ਨਿੰਦਰਾ ਤੋਂ ਸੁਚੇਤ ਹੋ ਰਹੇ ਹਨ, ਆਏ ਸਮੀਪ ਸਮੁੱਤਰ ਵਿਸਾਲ। ਤੇ ਗਰੀਬ ਨਵਾਜ ਨਾ ਫਿਰ ਆਪ ਬਾਬਾ ਗੁਰਦਿੱਤਾ ਜੀ ਦੇ ਕੋਲ ਚੱਲ ਕੇ ਗਏ ਜੀ। ਆਖੋ ਵਾਹਿਗੁਰੂ। ਆਏ ਸਮੀਪ ਸਪੁੱਤਰ ਵਿਸਾਲ, ਮਹਾਰਾਜ ਆਪਣੇ ਵੱਡੇ ਪੁੱਤਰ ਦੇ ਕੋਲ ਆਪ ਆਏ। ਕਰ ਬੰਧਨ ਕੋ ਖਰੇ ਅਗਾਰੀ। ਬਾਬਾ ਜੀ ਉਸੇ ਵੇਲੇ ਹੀ ਮਹਾਰਾਜ ਜੀ ਨੂੰ ਵੇਖ ਕੇ ਹੱਥ ਜੋੜ ਕੇ ਖਲੋ ਗਏ, ਨਾਲੇ ਮੱਥਾ ਟੇਕਿਆ। ਤੌਰ ਪਿਤਾ ਕੀ ਅਪਰ ਨਿਹਾਰੀ। ਪਰ ਆਪਣੇ ਪਿਤਾ ਜੀ ਦਾ ਰੁੱਖ ਵੇਖਿਆ ਵੀ ਅੱਜ ਪਹਿਲਾਂ ਵਾਲਾ ਰੁੱਖ ਨਹੀਂ ਹੈਗਾ। ਪਤਾ ਤਾਂ ਹੈ ਹੀ ਹੈ ਬਾਬਾ ਗੁਰਦਿੱਤਾ ਜੀ ਨੂੰ ਵੀ ਸਾਰੀ ਗੱਲ ਦਾ, ਵੀ ਮਹਾਰਾਜ ਜੀ ਦੀ ਅੱਜ ਪ੍ਰਸੰਨਤਾ ਨਹੀਂ ਹੈ। ਠਤਟ ਰਹੇ ਥਿਰਤਾ ਧਰ ਅੰਗ। ਅੰਗਾਂ ਵਿੱਚ ਸਥਿਰਤਾ ਧਾਰ ਕੇ ਖੜੇ ਰਹੇ, ਹਿਲ ਜੁਲ ਨਹੀਂ ਕੀਤੀ ਕੋਈ। ਨੈਣ ਕਮਲ ਸ਼ੰਕਤ ਚਿਤ ਭੰਗ। ਕਮਲ ਨੈਣ ਸ਼ੰਕੇ ਵਿੱਚ ਪਏ ਹਨ। ਸੁਤ ਵਿਸਾਲ ਪਰ ਕੋਪ ਵਿਸਾਲ। ਸਤਿਗੁਰ ਬਦਨ ਦ੍ਰਿਗਨ ਕਰ ਲਾਲ। ਮਹਾਰਾਜ ਗਰੀਬ ਨਵਾਜ ਵੱਡੇ ਸਾਹਿਬਜ਼ਾਦੇ ਵੱਲ ਲਾਲ ਨੇਤਰਾਂ ਨਾਲ ਵੇਖਦੇ ਆ, ਵੀਰ ਰਸ ਨਾਲ ਦੇਖਦੇ ਹਨ। ਬੋਲੇ ਕਰਨ ਲੱਗੇ ਅਬ ਨੀਕੀ। ਹਰ ਗੁਰ ਸੰਤਨ ਲੱਗੇ ਜੋ ਫੀਕੀ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਬਾਬਾ ਗੁਰਦਿੱਤਾ ਜੀ ਨਾਲ ਫਿਰ ਬਚਨ ਕਰਦੇ। ਮਹਾਰਾਜ ਕਹਿਣ ਲੱਗੇ ਚੰਗਾ ਕਰਨ ਲੱਗ ਪਏ ਆ, ਉਹ ਕੰਮ ਕਰਨ ਲੱਗ ਪਏ ਹੋ ਜਿਹੜੇ ਗੁਰੂ ਨੂੰ ਤੇ ਰੱਬ ਨੂੰ ਚੰਗੇ ਨਹੀਂ ਲੱਗਦੇ। ਫਿਰ ਬੇਨਤੀ ਹੈ, ਬੰਦਾ ਸਾਧ ਸੰਗਤ ਜੀ, ਚਲੋ ਬਾਬਾ ਜੀ ਨੇ ਤੇ ਕਾਰਨ ਵਿਚਾਰਿਆ, ਆਮ ਬੰਦਾ ਬਿਨਾਂ ਕਿਸੇ ਕਾਰਨ ਤੋਂ ਥੋੜੀ ਬਹੁਤੀ ਜਦੋਂ ਬੰਦਗੀ ਹੁੰਦੀ ਤੇ ਬਿਨਾਂ ਕਿਸੇ ਕਾਰਨ ਤੋਂ ਪਰਮੇਸ਼ਰ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਦੇਣ ਲੱਗ ਪੈਂਦਾ ਹੈ ਨਾ, ਫਿਰ ਸਾਧ ਸੰਗਤ ਜੀ ਉਹਨੂੰ ਹਿਸਾਬ ਦੇਣਾ ਪੈ ਜਾਂਦਾ ਹੈ। ਪਰਮੇਸ਼ਰ ਨੂੰ, ਸਤਿਗੁਰੂ ਨੂੰ ਚੰਗਾ ਨਹੀਂ ਲੱਗਦਾ। ਹਾਂਜੀ, ਬੋਲੇ ਕਰਨ ਲਗੇ ਅਬ ਨੀਕੀ। ਹਰ ਗੁਰ ਸੰਤਨ ਲੱਗੇ ਜੋ ਫੀਕੀ। ਜਿਸ ਕ੍ਰਿਤ ਕੋ ਸੁਜਨ ਨਾ ਸਨਮਾਨੈ। ਜਿਸ ਕ੍ਰਿਤ ਨੂੰ ਸਿਆਣੇ ਲੋਕ ਪ੍ਰਵਾਨ ਨਹੀਂ ਕਰਦੇ। ਹਾਂਜੀ, ਸੁਮਤਵੰਦ ਜੋ ਕਬਹੁ ਨ ਠਾਨੈ। ਤੇ ਜਿਹੜੇ ਫਿਰ ਸਿਆਣੇ ਹੁੰਦੇ ਨਾ, ਉਹ ਕਦੀ ਉਹੋ ਜਿਹਾ ਕੰਮ ਨਹੀਂ ਕਰਦੇ ਜਿਹਦੇ ਨਾਲ ਗੁਰੂ ਦੀ ਨਾਰਾਜ਼ਗੀ ਮਿਲੇ, ਜਿਸ ਨਾਲ ਪਰਮੇਸ਼ਰ ਦੀ ਨਾਰਾਜ਼ਗੀ ਮਿਲੇ। ਸਾਧ ਸੰਗਤ ਜੀ,
ਦਾਸ ਨੇ ਤਾਂ ਐਸੇ ਵੀ ਗੁਰਸਿੱਖਾਂ ਦੇ ਦਰਸ਼ਨ ਕੀਤੇ ਹਨ, ਉਹਨਾਂ ਕਦੀ ਇਹ ਵੀ ਅਰਦਾਸ ਨਹੀਂ ਕੀਤੀ ਕਿ ਮਹਾਰਾਜ ਸਾਡਾ ਸਰੀਰ ਰਾਜੀ ਖੁਸ਼ੀ ਰਵੇ, ਮਹਾਰਾਜ ਆਹ ਰੋਗ ਸਾਡੇ ਸਰੀਰ ਨੂੰ ਲੱਗ ਗਿਆ ਇਹਨੂੰ ਦੂਰ ਕਰ ਦਿਓ। ਉਹਨਾਂ ਇਹ ਵੀ ਨਹੀਂ ਅਰਦਾਸ ਕੀਤੀ ਜੀ ਕਦੀ। ਉਹ ਕਹਿੰਦੇ ਸਭ ਭਾਣੇ ਵਿੱਚ ਹੀ ਹੈ, ਸਾਡੇ ਕਰਮਾਂ ਕਰਕੇ ਸਾਨੂੰ ਲੱਗਾ, ਤੇ ਕਿਉਂ ਦਖਲ ਅੰਦਾਜ਼ੀ ਦੇਣੀ ਹੈ। ਬਾਣੀ ਪੜ੍ਹਦੇ ਆ ਪਰ ਕੋਈ ਸੰਸਾਰੀ ਮੰਗ ਨਹੀਂ ਮੰਗਦੇ। ਸਾਧ ਸੰਗਤ ਜੀ, ਜੇ ਕੋਈ ਮੰਗਦੇ ਵੀ ਹੈ, ਇਹੋ ਹੀ ਕਹਿੰਦੇ ਆ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਪਿਆਰ ਬਖਸ਼ਿਸ਼ ਕਰ ਦਿਓ। ਹੁਣ ਕੋਈ ਆ ਜਪ ਤਪ ਕਰੇ, ਸਤਿਗੁਰੂ ਜੀ ਦੇ ਸਾਹਮਣੇ ਆਵੇ, ਇੰਨੀ ਤੇ ਅਰਦਾਸ ਸਾਰੇ ਹੀ ਕਰ ਦਿੰਦੇ ਵੀ ਮਹਾਰਾਜ ਸਾਨੂੰ ਰਾਜੀ ਖੁਸ਼ੀ ਰੱਖਿਓ, ਸਾਡਾ ਸਰੀਰ ਰਾਜੀ ਰਵੇ। ਪਰ ਐਸੇ ਵੀ ਗੁਰਸਿੱਖ ਹਨ, ਉਹ ਇਹ ਵੀ ਅਰਦਾਸ ਨਹੀਂ ਕਰਦੇ ਜੀ। ਕਹਿੰਦੇ ਸਭ ਭਾਣੇ ਵਿੱਚ ਹੀ ਆ। ਤੇ ਹੁੰਦਾ ਪਤਾ ਕੀ ਹੈ, ਉਹ ਫਿਰ ਜਿੰਨੀ ਕਮਾਈ ਕਰਦੇ ਆ ਨਾ, ਉਹ ਸਾਂਭੀ ਰਹਿੰਦੀ ਹੈ। ਕਮਾਈ ਕਰ ਲੈਣੀ ਸੌਖੀ ਹੈ, ਵੈਸੇ ਤਾਂ ਕਮਾਈ ਕਰਨੀ ਔਖੀ ਹੈ। ਸਿਮਰਨ ਕਰਨਾ ਸੌਖਾ ਨਹੀਂ ਹੈ। 1 ਘੰਟਾ ਮਨ ਦੀ ਇਕਾਗਰਤਾ ਬਣਾ ਕੇ ਭਜਨ ਕਰਨਾ ਸੌਖਾ ਕੰਮ ਨਹੀਂ ਹੈ, ਔਖਾ ਹੈ। ਪਰ ਉਹਦੇ ਨਾਲੋਂ ਵੀ 10 ਗੁਣਾ ਔਖਾ ਹੈ ਵੀ ਉਸ ਕਮਾਈ ਨੂੰ ਸਾਂਭ ਕੇ ਕਿਵੇਂ ਰੱਖਣਾ ਹੈ। ਪਰਮੇਸ਼ਰ ਨੇ ਕੋਈ ਪਦਵੀ ਬਖਸ਼ਿਸ਼ ਕਰ ਦਿੱਤੀ, ਚਲੋ ਜਪ ਤਪ ਦੇ ਨਾਲ, ਚੰਗੇ ਭਾਗਾਂ ਦੇ ਨਾਲ ਉਹ ਪਦਵੀ ਮਿਲ ਗਈ ਹੈ। ਪਰ 10 ਗੁਣਾ ਔਖਾ ਕੰਮ ਇਹ ਹੁੰਦਾ ਹੈ ਕਿ ਉਸ ਪਦਵੀ ਨੂੰ ਬਰਕਰਾਰ ਕਿਵੇਂ ਰੱਖਣਾ ਹੈ। ਮਾਈਆਂ ਨੇ, ਬੀਬੀਆਂ ਨੇ, ਉਹ ਘਰ ਪਰਿਵਾਰ ਵਾਲੀਆਂ ਹੋ ਜਾਂਦੀਆਂ, ਪਰਮੇਸ਼ਰ ਸੰਤਾਨ ਦੀ ਦਾਤ ਦੇ ਦਿੰਦਾ, ਪਰ ਸੰਤਾਨ ਪਾਲਣੀ 10 ਗੁਣਾ ਵੱਧ ਔਖੀ ਹੁੰਦੀ ਹੈ। ਹੋਰ ਔਖਾ ਹੋ ਜਾਂਦਾ ਕੰਮ। ਤੇ ਸਿਆਣਾ ਬੰਦਾ ਫਿਰ ਉਹਨੂੰ ਕਮਾਈ ਜਿਹੜੀ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੁੰਦੀ ਹੈ, ਉਹਨੂੰ ਉਹ ਸਾਂਭ ਕੇ ਰੱਖਦਾ, ਉਹ ਲਟਾਉਂਦਾ ਨਹੀਂ ਹੈ, ਉਹ ਮੇਲੇ ਨਹੀਂ ਲਾਉਂਦਾ। ਚਲੋ ਬਾਬਾ ਜੀ ਦੀ ਗੱਲ ਹੋਰ ਹੈ, ਬਾਬਾ ਗੁਰਦਿੱਤਾ ਜੀ ਤਾਂ ਬਹੁਤ ਵੱਡੇ ਨੇ, ਮੈਂ ਆਮ ਜਨਾਂ ਦੀ ਗੱਲ ਕਰਦਾ। ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ ਵੀ ਸਿਆਣੇ ਬੰਦੇ ਉਹ ਕੰਮ ਕਦੀ ਨਹੀਂ ਕਰਦੇ ਜਿਹੜਾ ਗੁਰੂ ਨੂੰ, ਪਰਮੇਸ਼ਰ ਨੂੰ ਚੰਗਾ ਨਾ ਲੱਗੇ। ਆਨ ਪਰੇ ਸਭ ਸਹਿ ਸਰੀਰ, ਸਾਰੀ ਵਿਪਤਾ ਆਪਣੇ ਸਰੀਰ ਤੇ ਸਹਿ ਲੈਂਦੇ ਆ। ਹਾਂਜੀ, ਨਹੀਂ ਸ਼ੋਰ ਤੇ ਧਾਰਤ ਧੀਰ, ਪਰ ਉਹ ਧੀਰਜ ਨਹੀਂ ਛੱਡਦੇ। ਕਿਸੇ ਨੇ ਦੱਸ ਦਿੱਤਾ ਤੇ ਉਹਨੂੰ ਕਹਿਣ ਲੱਗ ਪੈਣਾ ਕੋਈ ਨਹੀਂ ਤੂੰ ਇੰਜ ਕਰ ਲਾ, ਤੂੰ ਇੰਜ ਕਰ ਲਾ। ਉਹ ਇੰਜ ਨਹੀਂ ਕਰਦੇ। ਹਾਂਜੀ, ਸੀਸ ਦੇਹੇ ਪਰ ਨਹੀਂ ਜਨਾਵੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਰੱਬ ਦੇ ਪਿਆਰੇ ਤਾਂ ਸਿਰ ਦੇ ਦਿੰਦੇ ਆ ਪਰ ਕਰਾਮਾਤ ਨਹੀਂ ਦਿਖਾਉਂਦੇ। ਸਾਧ ਸੰਗਤ ਜੀ, ਕਾਲੇ ਖਾਂ ਦੀ ਕੀ ਜ਼ਰੂਰਤ ਸੀ, ਉਹਦਾ ਤੀਰ ਮਹਾਰਾਜ ਦੇ ਮੱਥੇ ਨੂੰ ਛੂਹ ਜਾਂਦਾ, ਪਰ ਮਹਾਰਾਜ ਨੇ ਕਰਾਮਾਤ ਨਹੀਂ ਦਿਖਾਈ ਉੱਥੇ ਦੀ। ਹਾਂਜੀ, ਪ੍ਰਭ ਦਰਗਾਹ ਸੋ ਆਦਰ ਪਾਵੇ। ਮਹਾਰਾਜ ਕਹਿਣ ਲੱਗੇ ਜਿਹੜੇ ਫਿਰ ਪਰਮੇਸ਼ਰ ਦੇ ਹੁਕਮ ਨੂੰ ਸਦਾ ਹੀ ਮੰਨਦੇ ਆ, ਦੁੱਖ ਪੀੜਾ ਤਕਲੀਫ ਨੂੰ ਭਾਣਾ ਮੰਨ ਲੈਂਦੇ ਆ, ਚੁੱਪ ਕਰਕੇ ਸਹਿ ਲੈਂਦੇ ਆ, ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਵੀ ਮਿਲਦੀ ਹੈ ਤੇ ਇੱਜ਼ਤ ਵੀ ਮਿਲਦੀ ਹੈ। ਹਾਂਜੀ, ਅਟਲ ਰਾਏ ਜਾਂ ਤੇ ਤਜ ਪ੍ਰਾਨਾ। ਮਹਾਰਾਜ ਕਹਿੰਦੇ ਇਸੇ ਕਰਕੇ ਤਾਂ ਤੁਹਾਡੇ ਛੋਟੇ ਭਰਾ ਅਟਲ ਰਾਏ ਜੀ ਨੇ ਸਰੀਰ ਤਿਆਗਿਆ। ਤੂੰ ਅਬ ਲਾਓ ਸਮਝਿਓ ਨਾ ਸਿਆਣਾ। ਤੇ ਤੁਸੀਂ ਸਿਆਣੇ ਹੋ, ਇਸ ਗੱਲ ਨੂੰ ਸਮਝੇ ਹੀ ਨਹੀਂ ਅਜੇ ਤੱਕ। ਇਮ ਤਉ ਕਰਨ ਸਦਾ ਨਹਿ ਆਛੀ। ਇਹ ਗੱਲ ਕਰਨੀ ਤਾਂ ਅੱਛੀ ਨਹੀਂ ਹੈ। ਹਾਂਜੀ, ਪੁਨ ਹਮ ਅਸ਼ਤ ਕਹਾਂ ਚਿਤ ਬਾਂਛੀ। ਫਿਰ ਸਾਡੇ ਹੁੰਦਿਆਂ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਉਚਿਤ ਨਹੀਂ ਸੀ। ਆਖੋ ਵਾਹਿਗੁਰੂ। ਵਾਹਿਗੁਰੂ। ਵੀ 6ਵੇਂ ਪਾਤਸ਼ਾਹ ਬੈਠੇ ਆ, ਵੱਡੇ ਪੁਰਸ਼ ਬੈਠੇ ਆ, ਤੇ ਵੱਡਿਆਂ ਦੇ ਹੁੰਦਿਆਂ ਆਪਣੀ ਸ਼ਕਤੀ ਵਿਖਾਉਣੀ। ਹਾਂਜੀ, ਚਾਹਤ ਗੁਰਨ ਤੇ ਅਧਿਕ ਵਡਾਈ।
ਅਜਰ ਨਾ ਜਰਹੋ ਜਹਾਨ ਜਣਾਈ। ਮਹਾਰਾਜ ਕਹਿੰਦੇ ਗੁਰੂਆਂ ਨਾਲੋਂ ਵੀ ਵੱਡੀ ਵਡਿਆਈ ਵਿਖਾ ਦਿੱਤੀ। ਤੇ ਨਾਲ ਮਹਾਰਾਜ ਕਹਿਣ ਲੱਗੇ ਹੁਣ ਅਜਰ ਨੂੰ ਨਾ ਜਰਿਆ ਗਿਆ ਤੁਹਾਡੇ ਕੋਲ, ਤੁਸੀਂ ਸੰਸਾਰ ਨੂੰ ਵਿਖਾ ਦਿੱਤਾ, ਮਰੀ ਹੋਈ ਗਾਂ ਜਿਉਂਦੀ ਕਰ ਦਿੱਤੀ। ਕਰ ਅਜ਼ਮਤ ਦੇ ਸੁਰਭੀ ਪ੍ਰਾਨਾ, ਗਨੀ ਗਰੀਬ ਸੁਨੈ ਜਬ ਕਾਨਾ। ਕਰਾਮਾਤ ਤੁਸੀਂ ਕਰਾਮਾਤ ਕਰਕੇ ਗਾਂ ਨੂੰ ਤਾਂ ਪ੍ਰਾਣ ਦੇ ਦਿੱਤੇ, ਹੁਣ ਗਨੀ ਗਰੀਬ ਸੁਨਹਿ ਜਬ ਕਾਨਾ। ਅਮੀਰ ਗਰੀਬ ਜਦੋਂ ਇਹ ਗੱਲ ਸੁਣਨਗੇ, ਮਿਰਤਕ ਭਏ ਕੋ ਹਮ ਢਿਗ ਲਿਆਵੈ। ਉਹਨਾਂ ਦੇ ਘਰ ਕਿਸੇ ਦੀ ਮੌਤ ਹੋਏਗੀ ਤਾਂ ਸਾਡੇ ਕੋਲ ਹੀ ਲੈ ਕੇ ਆਉਣਗੇ ਨਾ। ਕਰਹਿ ਜਾਚਨਾ ਜਥਾ ਜੀਵਾਵੈ। ਉਹ ਕਹਿਣਗੇ ਵੀ ਮਹਾਰਾਜ ਇਹਨੂੰ ਵੀ ਉਵੇਂ ਹੀ ਜਿਉਂਦਾ ਕਰ ਦਿਓ। ਹਾਂਜੀ, ਸ਼ਾਹੋ ਆਦ ਸਭ ਹਿਨ ਜਗ ਮਰਨਾ। ਇੱਥੇ ਤੇ ਵੱਡੇ ਵੱਡੇ ਬਾਦਸ਼ਾਹਾਂ ਨੇ ਵੀ ਮਰਨਾ। ਹਾਂਜੀ, ਨਦੀ ਪ੍ਰਵਾਹ ਜਥਾ ਇਹੋ ਥਿਰ ਨਾ। ਇਹ ਤਾਂ ਨਦੀ ਦਾ ਪ੍ਰਵਾਹ ਹੈ, ਕਦੀ ਸਦਾ ਥਿਰ ਨਹੀਂ ਰਹਿੰਦਾ। ਹਾਂਜੀ, ਕੌਣ ਕੌਣ ਕੋ ਹਮ ਜੀਵਾਵੈ। ਮਹਾਰਾਜ ਕਹਿੰਦੇ ਹੁਣ ਦੱਸੋ ਵੀ ਕਿਹਨੂੰ ਕਿਹਨੂੰ ਜਿੰਦੇ ਕਰਾਂਗੇ। ਹਾਂਜੀ, ਕਿਸ ਕੀ ਬਾਏ ਦੇ ਕਿਸਹਿ ਉਠਾਵੈ। ਕਿਹਦੀ ਉਮਰ ਕਿਹਨੂੰ ਦਵਾਂਗੇ ਤੇ ਕਿਹਨੂੰ ਜਿਉਂਦੇ ਕਰਾਂਗੇ। ਆਖੋ ਵਾਹਿਗੁਰੂ। ਹਾਂਜੀ, ਇਸ ਕੋ ਭੀ ਕੁਛ ਜਤਨ ਵਿਚਾਰਾ। ਛੇਵੇਂ ਪਾਤਸ਼ਾਹ ਕਹਿੰਦੇ ਵੀ ਇਹਦੀ ਵੀ ਕੋਈ ਵਿਚਾਰ ਕੀਤੀ ਕਿ ਨਹੀਂ ਕੀਤੀ। ਹਾਂਜੀ, ਲਿਓ ਵਿਚਾਰ ਤਾਂ ਕਰੋ ਉਚਾਰਾ। ਜੇ ਕੋਈ ਵਿਚਾਰ ਕੀਤੀ, ਕੋਈ ਰਾਹ ਕੱਢਿਆ ਤੇ ਸਾਨੂੰ ਦੱਸ ਦਿਓ। ਜੇ ਇਮ ਕਰਨੀ ਹੀ ਮਨ ਭਾਵੈ। ਤੇ ਜੇ ਫਿਰ ਤੁਸੀਂ ਇਸੇ ਤਰ੍ਹਾਂ ਹੀ ਕਰਨਾ, ਕਰਾਮਾਤਾਂ ਦਿਖਾਉਣੀਆਂ ਹਨ, ਹਮਰੇ ਅਸ਼ਤ ਹਟਿਓ ਨਹਿ ਜਾਵੈ। ਤੇ ਸਾਡੇ ਜਿਉਂਦਿਆਂ ਤੇ ਇਹ ਕੰਮ ਨਹੀਂ ਹੋਏਗਾ। ਆਖੋ ਹਾਂਜੀ। ਤਉ ਇੱਕ ਮਿਆਨ ਜੁਗਮ ਸ਼ਮਸ਼ੇਰ। ਅਸੀਂ ਵਿਖਾਉਣੀ ਨਹੀਂ, ਤੁਸੀਂ ਵਿਖਾਉਣੀਆਂ। ਮਹਾਰਾਜ ਕਹਿੰਦੇ ਹੁਣ ਤਾਂ ਮਿਆਨ ਇੱਕ ਹੋਵੇ ਤੇ ਉਹਦੇ ਚ ਦੋ ਤਲਵਾਰਾਂ ਨਹੀਂ ਰਹਿੰਦੀਆਂ। ਹਾਂਜੀ, ਮੇ ਨਾ ਸਕਹਿ ਸਮਝਿਓ ਲਿਹੋ ਹੇਰ। ਸਮਾਉਂਦੀਆਂ ਨਹੀਂ ਹੈ ਤਲਵਾਰਾਂ ਦੋ, ਕਿਉਂਕਿ ਮਿਆਨ ਇੱਕ ਤਲਵਾਰ ਦਾ। ਜੇ ਤੁਮ ਰਹੋ ਤਾਂ ਹਮ ਤਜ ਪ੍ਰਾਨਾ। ਵਾਹਿਗੁਰੂ ਵਾਹਿਗੁਰੂ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਰਹਿ ਪਾਓ, ਅਸੀਂ ਸਰੀਰ ਛੱਡ ਦਿੰਨੇ ਆ। ਫਿਰ ਜੇ ਤੁਸੀਂ ਰਹਿਣਾ ਅਸੀਂ ਸਰੀਰ ਤਿਆਗ ਦਿੰਨੇ ਆ। ਹਮ ਜੇ ਰਹੈ ਤੁਮ ਕਰੋ ਪਿਆਨਾ। ਤੇ ਜੇ ਅਸੀਂ ਰਵਾਂਗੇ ਤਾਂ ਫਿਰ ਤੁਹਾਨੂੰ ਸਰੀਰ ਛੱਡਣਾ ਪਏਗਾ। ਸੰਗਤ ਜੀ, ਜੋ ਮਰਜ਼ੀ ਹੋਵੇ, ਸੰਸਾਰ ਵਿੱਚ ਕਿਤੇ ਵੀ ਕਿਸੇ ਪਿਓ ਪੁੱਤਰ ਨਾਲ ਇਹੋ ਜਿਹਾ ਹਾਲਾਤ ਕੰਡੀਸ਼ਨ ਨਹੀਂ ਬਣੀ ਹੋਏਗੀ ਵੀ ਪਿਤਾ ਆਖੇ ਵੀ ਪੁੱਤ ਜਾਂ ਤੇ ਤੈਨੂੰ ਜਾਣਾ ਪੈਣਾ ਤੇ ਜਾਂ ਮੈਨੂੰ ਜਾਣਾ ਪੈਣਾ। ਇਹੋ ਜਿਹੀ ਹਾਲਾਤ ਕਿਤੇ ਨਹੀਂ ਬਣਦੀ। ਹਾਂਜੀ, ਇਸ ਵਿਧ ਕਰੇ ਬਿਨਾ ਨਹਿ ਬਨੈ। ਮਹਾਰਾਜ ਕਹਿੰਦੇ ਹੁਣ ਇੱਕ ਨਾ ਇੱਕ ਨੂੰ ਤੇ ਸਰੀਰ ਤਿਆਗਣਾ ਹੀ ਪੈਣਾ, ਇਹਦੇ ਤੋਂ ਬਗੈਰ ਗੱਲ ਨਹੀਂ ਬਣਨੀ। ਇੱਕ ਰੱਖ ਹੈ ਇੱਕ ਤਿਆਗਨ ਤਨ ਹੈ। ਇੱਕ ਸਰੀਰ ਰੱਖ ਲਵੇ, ਦੂਜਾ ਤਿਆਗ ਦੇਵੇ। ਹੁਣ ਵੇਖੋ, ਸਮਝੌਤਾ ਨਹੀਂ ਕੀਤਾ ਮਹਾਰਾਜ ਨੇ ਵੀ ਜੇ ਸਾਡੇ ਪੁੱਤਰ ਕੋ ਗਲਤੀ ਹੋ ਗਈ, ਅਸੀਂ ਕਹਿੰਦੇ ਕੋਈ ਨਹੀਂ, ਸਾਡਾ ਹੀ ਹੈ, ਜੇ ਗਲਤੀ ਹੋ ਗਈ ਤੇ ਕੋਈ ਨਹੀਂ। ਪਰ ਇਸ ਕੰਮ ਵਿੱਚ ਸਮਝੌਤਾ ਨਹੀਂ ਕੀਤਾ ਮਹਾਰਾਜ ਨੇ, ਭਾਵੇਂ ਸਗਾ ਪੁੱਤ ਕਿਉਂ ਨਹੀਂ ਹੈ, ਨਹੀਂ ਸਮਝੌਤਾ ਕੀਤਾ। ਕਿੰਨੀ ਸਿੱਖਿਆ ਮਿਲਦੀ ਹੈ ਵੀ ਐਵੇਂ ਕਿਤੇ ਥੋੜਾ ਜਿਹਾ ਹੀ ਜਪ ਤਪ ਕਰਕੇ ਤੇ ਦੂਜਿਆਂ ਨੂੰ ਜਿਹੜੇ ਵਰ ਸਰਾਪ ਦੇਣ ਲੱਗ ਪੈਨੇ ਆ ਨਾ, ਇਹ ਕੰਮ ਚੰਗਾ ਨਹੀਂ ਹੈਗਾ। ਹਾਂਜੀ, ਸ੍ਰੀ ਗੁਰ ਦਿੱਤੇ ਦ્વੈ ਕਰ ਬੰਦ। ਆਖੋ ਧੰਨ ਬਾਬਾ ਗੁਰਦਿੱਤਾ ਜੀ। ਧੰਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਸਾਹਿਬ ਜੀ ਬੜੀ ਨਿਮਰਤਾ ਦੇ ਨਾਲ, ਬੜੀ ਅਧੀਨਗੀ ਨਾਲ ਦੋਵੇਂ ਹੱਥ ਜੋੜੇ। ਹੋਤੋ ਨਾ ਹਰਖ ਨਾ ਸ਼ੋਕ ਬਿਲੰਦ। ਜਿਨ੍ਹਾਂ ਨੂੰ ਨਾ ਖੁਸ਼ੀ ਸੀ ਤੇ ਨਾ ਹੀ ਗਮੀ ਸੀਗੀ ਜੀ। ਹਾਂਜੀ, ਇੱਕ ਰਸ ਬ੍ਰਿਤੀ ਜਿਨਹੋਂ ਕੀ ਹੈ। ਜਿਨ੍ਹਾਂ ਦੀ ਅਵਸਥਾ ਇੱਕ ਰਸ ਹੈ। ਹਾਂਜੀ, ਬ੍ਰਹਮ ਗਿਆਨ ਦ੍ਰਿੜਤਾ ਚਿਤ ਹੈ। ਬ੍ਰਹਮ ਗਿਆਨ ਵਿੱਚ ਜਿਨ੍ਹਾਂ ਦੀ ਸੁਰਤ
ਐਨ ਜੁੜੀ ਹੋਈ ਹੈ। ਸ੍ਰੀ ਸਤਿਗੁਰੂ ਪਿਤਾ ਸਮਰੱਥ। ਬਾਬਾ ਜੀ ਨੇ ਵਿਚਾਰ ਕੀਤੀ, ਆਖੋ ਵਾਹਿਗੁਰੂ, ਵਾਹਿਗੁਰੂ। ਵੀ ਸਾਡੇ ਪਿਤਾ ਜੀ ਸਮਰੱਥ ਹਨ, ਸਤਿਗੁਰੂ ਹਨ। ਹਾਂਜੀ, ਭੰਜਨ ਘੜਨ ਸਕਲ ਜਿਨ ਹੱਥ। ਭੰਜਣਾ ਮਾਰਨਾ, ਜਿਉਣਾ, ਘੜਨਾ, ਢਾਉਣਾ, ਇਹ ਸਭ ਕੁਝ ਮਹਾਰਾਜ ਜੀ ਦੇ ਹੱਥ ਵਿੱਚ ਹੈ। ਬਚਨ ਅਮੋਰ ਜਿਨਹੋਂ ਕੇ ਸਦਾ। ਤੇ ਮਹਾਰਾਜ ਜੀ ਦੇ ਬਚਨ ਅਮੋੜ ਹਨ, ਮੁੜਦੇ ਨਹੀਂ ਹਨ। ਹਾਂਜੀ, ਬ੍ਰਹਮ ਅਸਤਰ ਜਿਮ ਮਿਟ ਹੈ ਨਾ ਕਦਾ। ਜਿਵੇਂ ਬ੍ਰਹਮ ਅਸਤਰ ਚਲਾਈਏ ਨਾ, ਤੇ ਬ੍ਰਹਮ ਅਸਤਰ ਕਦੀ ਖਾਲੀ ਨਹੀਂ ਗਿਆ, ਉਹ ਸਫਲ ਹੀ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਮੁਖੋਂ ਜੋ ਬਚਨ ਨਿਕਲੇ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਇਹ ਸਤਿਗੁਰੂ ਜੀ ਦੇ ਬਚਨ ਤਾਂ ਅਟਲ ਹਨ। ਬਿਨ ਸੰਸੈ ਮਾਨਿਓ ਹੀ ਬਨੈ। ਤੇ ਮੈਨੂੰ ਬਿਨਾਂ ਕਿਸੇ ਸ਼ੰਕੇ ਤੋਂ ਮਹਾਰਾਜ ਜੀ ਦਾ ਬਚਨ ਮੰਨਣਾ ਚਾਹੀਦਾ। ਯੋਗ ਪੁੱਤਰ ਨੇ ਬਾਬਾ ਜੀ। ਹਾਂਜੀ, ਇਸ ਮਹਿ ਭਲੋ ਆਪਨੋ ਜਨੈ। ਇਹਦੇ ਵਿੱਚ ਹੀ ਭਲਾ ਹੈ। ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਸਾਹਿਬ ਜੀ ਭਰ ਜਵਾਨੀ ਦੀ ਉਮਰ ਹੈ ਉਸ ਸਮੇਂ। 2 ਛੋਟੇ ਛੋਟੇ ਪੁੱਤਰ ਹਨ ਉਹਨਾਂ ਦੇ ਜੀ। ਚਲੋ ਇੱਕ ਬਾਬਾ ਧੀਰਮਲ ਹਨ, ਜਿਹੜੇ ਵੱਖਰੇ ਹੀ ਬਹਿ ਗਏ, ਇੱਕ ਪਾਸੇ ਹੀ ਹੋ ਗਏ ਆ, ਉਹ ਥੋੜੇ ਵੱਡੇ ਆ। ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਹਨ। ਹਨ, ਬਿਨ ਸੰਸੈ ਮਾਨਿਓ ਹੀ ਬਨੈ। ਮਹਾਰਾਜ ਜੀ ਦੇ ਬਚਨ ਸਾਨੂੰ ਬਿਨਾਂ ਕਿਸੇ ਸ਼ੰਕੇ ਤੋਂ ਮੰਨਣੇ ਚਾਹੀਦੇ ਹਨ। ਇਸਮੇ ਭਲੋ ਆਪਨੋ ਜਨੈ। ਇਹਦੇ ਵਿੱਚ ਹੀ ਸਾਡਾ ਭਲਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਐਸੇ ਹਨ, ਬਿਨਾਂ ਕਿਸੇ ਸ਼ੰਕੇ ਤੋਂ ਮਹਾਰਾਜ ਜੀ ਦੇ ਬਚਨ ਮੰਨਣੇ ਚਾਹੀਦੇ ਹਨ। ਅੱਜ ਮੈਂ ਦਾਸ ਹਜ਼ੂਰ ਸਾਹਿਬ ਦਾ ਹੁਕਮਨਾਮਾ ਪੜ੍ਹ ਰਿਹਾ ਸਾਂ, ਜੋ ਅੱਜ ਮਹਾਰਾਜ ਨੇ ਉੱਥੇ ਹੁਕਮਨਾਮਾ ਬਖਸ਼ਿਆ। 9ਵੇਂ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ, ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਕਿੰਨੇ ਪਿਆਰ ਨਾਲ ਕਹਿੰਦੇ ਵੀ ਮੇਰੀ ਗੱਲ ਮੰਨ ਲੈ। ਤੇ ਬਾਬਾ ਗੁਰਦਿੱਤਾ ਜੀ ਕਹਿੰਦੇ, ਬਿਨਾਂ ਕਿਸੇ ਸ਼ੰਕੇ ਤੋਂ ਸਤਿਗੁਰੂ ਜੀ ਦਾ ਬਚਨ ਮੰਨਣਾ ਚਾਹੀਦਾ। ਗੱਲ ਸੋਚਣੀ ਨਹੀਂ ਚਾਹੀਦੀ, ਜੋ ਕਹਿਤਾ ਸੋ ਕਹਿਤਾ। ਹਾਂਜੀ, ਇਸ ਮਹਿ ਭਲੋ ਆਪਨੋ ਜਨੋ। ਇਹਦੇ ਵਿੱਚ ਹੀ ਸਾਡਾ ਭਲਾ ਹੈ। ਇਮ ਵਿਚਾਰ ਕਰ ਠਾਨੀ ਨਮੋ। ਇਹ ਵਿਚਾਰ ਕਰਕੇ ਬਾਬਾ ਜੀ ਨੇ ਕੋਈ ਬਚਨ ਨਹੀਂ ਕੀਤਾ ਮਹਾਰਾਜ ਨਾਲ, ਬਸ ਨਮਸਕਾਰ ਕੀਤੀ। 3 ਪਰਕਰਮਾਂ ਦੇ ਤਿਹ ਸਮੋ। ਤੇ ਮੱਥਾ ਟੇਕ ਕੇ ਆਪਣੇ ਪਿਤਾ ਸਤਿਗੁਰੂ ਬਾਬਾ ਗੁਰਦਿੱਤਾ ਜੀ ਦਾ ਤਾਂ ਮਹਾਂਦਰਾ ਵੀ ਗੁਰੂ ਹਰਗੋਬਿੰਦ ਸਾਹਿਬ ਵਰਗਾ ਨਿਰਾਪੁਰਾ ਜੀ, ਮੱਥਾ ਟੇਕਿਆ। 3 ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਕਰਮਾ ਕੀਤੀਆਂ। ਧਰੇ ਮੌਨ ਕੋ ਕੀਨਸ ਪਿਆਨ। ਤੇ ਚੁੱਪ ਰਹਿ ਗਈ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉੱਥੋਂ ਚਾਲਾ ਪਾਇਆ। ਸ਼ਰੀ ਧਰੀ ਕਰ ਖਰੀ ਮਹਾਨ। ਉਹੀ ਛੜੀ ਜਿਹਦੇ ਨਾਲ ਗਾਂ ਜਿਉਂਦੀ ਕੀਤੀ ਸੀ ਨਾ, ਉਹ ਆਪਣੇ ਹੱਥ ਵਿੱਚ ਫੜੀ ਸੀ ਨਿੰਮ ਦੀ। ਕਿਹ ਸੋ ਮਿਲੇ ਨਾ ਬੋਲਨ ਕੀਨ। ਬਾਬਾ ਜੀ ਕਿਸੇ ਨੂੰ ਵੀ ਨਹੀਂ ਮਿਲੇ, ਆਪਣੇ ਛੋਟੇ ਸਪੁੱਤਰ ਨੂੰ ਵੀ ਨਹੀਂ ਮਿਲੇ, ਆਪਣੀਆਂ ਮਾਵਾਂ ਨੂੰ ਵੀ ਨਹੀਂ ਮਿਲੇ, ਕਿਸੇ ਨਾਲ ਬਚਨ ਨਹੀਂ ਕੀਤਾ। ਚੱਲਨ ਪਰਲੋਕ ਬਿਖੇ ਚਿਤ ਦੀਨ। ਤੇ ਚਿੱਤ ਬਣਾ ਲਿਆ ਵੀ ਹੁਣ ਸਰੀਰ ਛੱਡ ਦਈਏ ਤੇ ਪਰਲੋਕ ਨੂੰ ਚਾਲਾ ਪਾਈਏ। ਜੋ ਮਗ ਮਿਲ ਹੈ ਚਲੇ ਜਿਹ ਸਮੋ। ਹਾਂਜੀ। ਹਾਥ ਜੋਰ ਨਰ ਠਾਨਤ ਨਮੋ। ਹੁਣ ਕਿਸੇ ਹੋਰ ਨੂੰ ਪਤਾ ਹੀ ਨਹੀਂ ਸੀ ਵੀ ਕੀ ਗੱਲ ਹੋਈ ਹੈ। ਜਿਹੜਾ ਵੀ ਰਸਤੇ ਵਿੱਚ ਮਿਲਿਆ, ਉਹ ਬਾਬਾ ਜੀ ਨੂੰ ਹੱਥ ਜੋੜ ਕੇ ਮੱਥਾ ਟੇਕਦਾ। ਕਿਸ ਕੀ ਦਿਸ਼ਨਾ ਬਿਲੋਚਨ ਲਾਏ। ਬਾਬਾ ਜੀ ਕਿਸੇ ਵੱਲ ਵੀ ਨੇਤਰ ਨਹੀਂ ਵੇਖਦੇ ਜੀ, ਨੇਤਰਾਂ ਨਾਲ ਨਹੀਂ ਦੇਖਦੇ। ਜਾਹੇ ਏਕ ਰਸ ਸਹਿਜ ਸੁਭਾਏ। ਬੜੇ ਸਹਿਜੇ ਜੇ ਇੱਕ ਰਸ ਤੁਰੇ ਜਾਂਦੇ ਹਨ। ਦੇਖ ਦੇਖ ਬਿਸਮੈ ਸਭ ਕੋਈ। ਵੇਖ ਕੇ ਹੈਰਾਨ ਹੋਣ ਵੀ ਅੱਗੇ ਤੇ ਬਾਬਾ ਜੀ ਖਿੜੇ ਮੱਥੇ ਮਿਲਦੇ ਸਨ, ਅੱਜ ਵੇਖਿਆ ਹੀ ਨਹੀਂ।
ਸਾਰੇ ਹੈਰਾਨ ਹੋਣ ਬ੍ਰਿਤੀ ਉਦਾਸ ਸਭ ਹਿਨ ਤੇ ਹੋਈ। ਤੇ ਉਦਾਸ ਬਿਰਤੀ ਧਾਰਨ ਕੀਤੀ ਹੈ ਬਾਬਾ ਜੀ ਨੇ। ਹਾਂਜੀ, ਕੀਰਤਪੁਰ ਤੇ ਵਹਿਰ ਭਿਆਨੇ। ਸਾਧ ਸੰਗਤ ਜੀ, ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਬਾਰ-ਬਾਰ ਪਾਸੇ ਜਾ ਰਹੇ ਹਨ ਅਲਪ ਸੈਰ ਪਰ ਚੜ੍ਹਬੋ ਠਾਨੇ। ਤੇ ਛੋਟੀ ਪਹਾੜੀ ਸੀ ਇੱਕ ਪਾਸੇ, ਉਹਦੇ ਤੇ ਚੜੇ ਜੀ। ਅੱਜ ਤੋਂ ਜਦੋਂ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਕੀਰਤਪੁਰ ਸਾਹਿਬ ਆਏ ਨਾ ਜੰਗ ਕਰਕੇ, ਤੇ ਰਾਤ ਰਹੇ ਬਾਬਾ ਬੁੱਢਣ ਸ਼ਾਹ ਜੀ ਦੇ ਕੋਲ, ਬਾਬਾ ਗੁਰਦਿੱਤਾ ਜੀ। ਤੇ ਬਾਬਾ ਬੁੱਢਣ ਸ਼ਾਹ ਜੀ ਨੇ ਨਾ, ਸਾਈਂ ਬੁੱਢਣ ਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਦੋਂ ਹੀ ਕਹਿ ਦਿੱਤਾ ਸੀ ਵੀ ਜਦੋਂ ਸਰੀਰ ਤਿਆਗਣਾ ਤੇ ਸਾਡੇ ਸਾਹਮਣੇ ਆ ਕੇ ਆ ਜਿਓ। ਹੁਣ ਸਾਈਂ ਬੁੱਢਣ ਸ਼ਾਹ ਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਜੀ। ਹਾਂਜੀ, ਜਾਏ ਇਕਾਕੀ ਦਾਸ ਨਾ ਸੰਗ। ਕੋਈ ਸੇਵਕ ਬਾਬਾ ਗੁਰਦਿੱਤਾ ਜੀ ਨੇ ਨਾਲ ਨਹੀਂ ਲਿਆ। ਸਨੇ ਸਨੇ ਚੱਲ ਚੜੇ ਉਤੰਗ। ਇਕੱਲੇ ਹੀ ਹਨ ਤੇ ਬੜੇ ਸਹਿਜੇ ਸਹਿਜੇ ਨਾ ਬਾਬਾ ਗੁਰਦਿੱਤਾ ਜੀ ਹੱਥ ਵਿੱਚ ਛੜੀ ਹੈ ਤੇ ਤੁਰੇ ਜਾ ਰਹੇ ਹਨ। ਬੁੱਢਣ ਸ਼ਾਹ ਸਥਾਨ ਨਿਹਾਰਾ। ਤੇ ਬਚਨ ਯਾਦ ਕੀਤਾ ਸਾਈਂ ਬੁੱਢਣ ਸ਼ਾਹ ਜੀ ਦਾ। ਉਹ ਅਸਥਾਨ ਦੇਖਿਆ, ਤਿਸ ਤੇ ਕੁਸ਼ਕ ਅੰਤਰਾ ਧਾਰਾ। ਉਹਦੇ ਤੋਂ ਕੁਝ ਕੁ ਅੰਤਰਾ ਧਾਰ ਕੇ, ਕੁਝ ਕੁ ਫਰਕ ਤੇ ਸ਼ਰੀ ਧਰਾ ਪਰ ਧਰੀ ਗਡਾਈ। ਤੇ ਉਹ ਜਿਹੜੀ ਛੜੀ ਸੀ ਨਾ ਹੱਥ ਵਿੱਚ, ਉਹ ਧੰਨ ਬਾਬਾ ਗੁਰਦਿੱਤਾ ਜੀ ਨੇ ਸਾਧ ਸੰਗਤ ਜੀ ਧਰਤੀ ਵਿੱਚ ਗੱਡ ਦਿੱਤੀ। ਅਵਲੋਕਤ ਭੇ ਸੁੰਦਰ ਥਾਈ। ਸੋਹਣੀ ਥਾਂ ਦੇਖੀ, ਉੱਥੇ ਗੱਡ ਦਿੱਤੀ। ਔਰ ਕੁਟੰਬ ਕੋ ਰਾਗ ਨਾ ਠਾਨਾ। ਪਰਿਵਾਰ ਦਾ ਮੋਹ ਛੱਡਣਾ ਬੜੀ ਵੱਡੀ ਗੱਲ ਹੈ। ਆਖੋ ਵਾਹਿਗੁਰੂ। ਕਿਸੇ ਪ੍ਰਕਾਰ ਦਾ ਮੋਹ ਨਹੀਂ ਹੈ। ਨੌਕਾ ਮੇਲ ਸਕਲ ਜਗ ਜਾਨਾ। ਇਹ ਸਾਰਾ ਸੰਸਾਰ ਇੱਕ ਨੌਕਾ ਵਾਂਗੂ ਹੀ ਜਾਣਿਆ ਜੀ। ਜਿਵੇਂ ਬੇੜੀ 'ਚ ਮਿਲਦੇ ਆ ਲੋਕ, ਦਰਿਆ ਪਾਰ ਕਰਕੇ ਉਤਰ ਜਾਂਦੇ ਆ, ਆਪੋ ਆਪਣੇ ਰਾਹ ਹੋ ਜਾਂਦੇ ਆ। ਅਤ ਸਪੁੱਤਰ ਜੋ ਹੈ ਹਰ ਰਾਏ। ਅਤ ਪਿਆਰੇ ਜਿਹੜੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੇ, ਜਿਨ੍ਹਾਂ ਦਾ ਨਾਮ ਹਰੀ ਰਾਏ ਹੈ। ਮਿਲਨ ਹੇਤ ਨਹਿ ਕੁਛ ਮਨ ਲਿਆਏ। ਬਾਬਾ ਜੀ ਨੇ ਇਹ ਵੀ ਨਹੀਂ ਫੁਰਨਾ ਬਣਾਇਆ ਵੀ ਮੈਂ ਉਹਨਾਂ ਨੂੰ ਮਿਲ ਹੀ ਲਵਾਂ, ਇੱਕ ਵਾਰੀ ਆਪਣੇ ਬੱਚੇ ਨੂੰ ਹੀ ਵੇਖ ਲਵਾਂ। ਸੁਤ ਸਮ ਅਪਰ ਪ੍ਰੇਮ ਕਿਸ ਮਾਹੂ। ਜਿਸ ਕੋ ਸਿਮਰ ਮਿਲ ਹੈ ਕਿਸ ਪਾਹੂ। ਕਹਿਣ ਲੱਗੇ ਪੁੱਤਰ ਬਰਾਬਰ ਹੋਰ ਕਿਸ ਨਾਲ ਪ੍ਰੇਮ ਸੀ, ਸਭ ਤੋਂ ਵੱਧ ਪ੍ਰੇਮ ਸੀ। ਹਾਂਜੀ, ਆਸਤਰਨ ਕੋ ਆਪਣੇ ਹਾਥ। ਪਰ ਇਹ ਵੀ ਨਹੀਂ ਕਿਸੇ ਨੂੰ ਕਿਹਾ ਵੀ ਲੈ ਕੇ ਆਓ ਤੇ ਮੈਨੂੰ ਮਿਲਾ ਹੀ ਦਿਓ, ਨਹੀਂ ਕਿਹਾ। ਆਪ ਥੱਲੇ ਇੱਕ ਕੱਪੜਾ ਵਿਛਾਇਆ, ਆਸਣ ਲਾਇਆ। ਤਬ ਤਨ ਪਰ ਤੇ ਬਸਤਰ ਉਤਾਰਾ। ਕਰ ਦੋਹਰ ਸਿਹਰਜਾ ਤ੍ਰਿਣ ਡਾਰਾ। ਸਾਧ ਸੰਗਤ ਜੀ, ਮੋਢੇ ਤੇ ਇੱਕ ਪਰਨਾ ਸੀਗਾ, ਉਹ ਹੇਠਾਂ ਵਿਛਾ ਲਿਆ ਜੀ। ਹਾਂਜੀ, ਬ੍ਰਿਤੀ ਸੰਕੋਚ ਬੈਠ ਤਬ ਗਏ। ਉਹ ਜਿੱਥੇ ਨਿੰਮ ਦੀ ਛੜੀ ਗੱਡੀ ਨਾ, ਉੱਥੇ ਬਾਬਾ ਜੀ ਆਪਣੀ ਬਿਰਤੀ ਨੂੰ ਸੰਕੋਚ ਕੇ ਬੈਠ ਗਏ। ਨਿਜ ਸਰੂਪ ਮੈਂ ਥਿਰਤਾ ਲਏ। ਤੇ ਸਾਧ ਸੰਗਤ ਜੀ ਆਪਣੇ ਨਿੱਜੀ ਸਰੂਪ ਵਿੱਚ ਟਿਕ ਗਏ ਜੀ। ਹਾਂਜੀ, ਮੂੰਦ ਬਿਲੋਚਨ ਪੌਡੇ ਫੇਰ। ਨੇਤਰ ਬੰਦ ਹਨ, ਮੂੰਦ ਬਿਲੋਚਨ ਪੌਡੇ ਫੇਰ। ਬੰਦੀ ਅੱਖਾਂ ਦੇ ਨਾਲ ਸਾਧ ਸੰਗਤ ਜੀ ਧੰਨ ਬਾਬਾ ਗੁਰਦਿੱਤਾ ਜੀ ਲੰਮੇ ਪੈ ਗਏ। ਦੁਤੀ ਬਸਤਰ ਲੈ ਮੁਖ ਪਰ ਗੇਰ। ਤੇ ਦੂਸਰਾ ਜਿਹੜਾ ਬਸਤਰ ਸੀ ਨਾ, ਉਹ ਧੰਨ ਬਾਬਾ ਗੁਰਦਿੱਤਾ ਜੀ ਨੇ ਸਾਧ ਸੰਗਤ ਜੀ ਉਹ ਆਪਣੇ ਮੁਖ ਤੇ ਲੈ ਲਿਆ। ਜੋਗ ਸ਼ਕਤ ਕਰ ਖੈਂਚੇ ਪ੍ਰਾਨ। ਜੋਗ ਸ਼ਕਤੀ ਦੇ ਨਾਲ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣੇ ਪ੍ਰਾਣ ਖਿੱਚ ਲਏ। ਸਭ ਤਨ ਤੇ ਸਾਵਧਾਨੀ ਠਾਨ। ਸਰੀਰ ਤੋਂ ਬੜੀ ਸਾਵਧਾਨੀ ਧਾਰਨ ਕੀਤੀ। ਤਾਤਕਾਲ ਤਨ ਸ਼ੋਰ ਸਿਧਾਰੇ। ਤੇ ਤਤਕਾਲ ਹੀ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ ਜੀ। ਕੋਈ ਨਹੀਂ ਇਹ ਕੰਮ ਕਰ ਸਕਦਾ, ਨਾ ਜਿੰਦਾ ਹੀ ਕਿਸੇ ਨੂੰ ਕਰ ਸਕਦਾ ਹੈ, ਨਾ ਇੰਜ ਆਪਣੇ ਸਰੀਰ ਨੂੰ ਤਿਆਗ ਹੀ ਸਕਦਾ ਹੈ। ਜੋਰ ਨਾ ਜੀਵਨ ਮਰਨ ਨਹਿ ਜੋਰ। ਹਾਂਜੀ, ਜਿਮ ਪਨੰਗ ਕੁੰਚੁਰੀ ਨਿਜ ਡਾਰੇ। ਜਿਵੇਂ ਸੱਪ ਆਪਦੀ ਕੁੰਜ ਲਾ ਦਿੰਦਾ ਹੈ ਨਾ ਤੇ ਇੱਕ ਪਾਸੇ ਹੋ ਜਾਂਦੀ ਹੈ ਕੁੰਜ,
ਉਸੇ ਤਰ੍ਹਾਂ ਬਾਬਾ ਜੀ ਆਪ ਦਾ ਸਰੀਰ ਤਿਆਗਿਆ। ਗਏ ਸੁਖੈਨ ਤਜੀ ਤਬ ਕਾਇਆ। ਬੜੇ ਸੁਖੈਨ ਤਰੀਕੇ ਨਾਲ ਬਾਬਾ ਜੀ ਨੇ ਸਰੀਰ ਤਿਆਗ ਦਿੱਤਾ। ਹਰਖ ਸੋਗ ਨਹਿ ਭਇਓ ਕਦਾਇਆ। ਜਿਨ੍ਹਾਂ ਦੇ ਮਨ 'ਚ ਕਦੀ ਵੀ ਹਰਖ ਸੋਗ ਨਹੀਂ ਹੈ। ਹਾਂਜੀ, ਨਹੀਂ ਬੈਸ ਮੈਂ ਤਨ ਤਰੁਨਾਈ। ਛੋਟੀ ਉਮਰ ਹੈ, ਨੌਜਵਾਨੀ ਦੀ ਉਮਰ ਹੈ। ਜਿਮ ਜੋਗੀ ਮਾਇਆ ਤਜ ਜਾਈ। ਤੇ ਜਿਵੇਂ ਜੋਗੀ ਮਾਇਆ ਨੂੰ ਛੱਡ ਕੇ ਚਲੇ ਜਾਂਦੇ ਹਨ ਨਾ, ਇਸ ਤਰ੍ਹਾਂ ਫਿਰ ਸਰੀਰ ਤਿਆਗ ਕੇ ਬਾਬਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ, ਸਾਧ ਸੰਗਤ ਜੀ, ਉਹ ਸੱਚਖੰਡ ਜਾ ਬਿਰਾਜੇ ਹਨ। ਇਹਦੇ ਤੋਂ ਅੱਗੇ ਪ੍ਰਸੰਗ ਆਪ ਜੀ ਕੱਲ ਨੂੰ ਸਰਵਣ ਕਰਿਓ। ਵੇਖੋ ਸੌਖਾ ਕੰਮ ਨਹੀਂ ਹੈ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ। ਇਹ ਵੀ ਤਾਂ ਭਾਣਾ ਮੰਨਿਆ ਬਾਬਾ ਜੀ ਨੇ, ਇਹ ਵੀ ਤਾਂ ਰਜਾ ਮੰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਜਾ ਹੀ ਮੰਨੀ ਹੈ ਨਾ ਬਾਬਾ ਗੁਰਦਿੱਤਾ ਜੀ ਨੇ। ਤੇ ਜਿਹੜਾ ਭਾਣਾ ਮੰਨਦਾ ਉਹਦਾ ਜੀਵਨ ਸਫਲਾ ਹੈ। ਮਹਾਰਾਜ ਗਰੀਬ ਨਵਾਜ਼ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਾ